आओ बड़े प्यार नाल उन्हां तो 1 घंटे वास्ते आपां पंत प्रकाश की जो लड़ीवार कथा आरंभ की है सरवण करते हैं जी। वाहिगुरू जी का खालसा वाहिगुरू जी की वाहिगुरू। गुरु नानक पद पंकज बंदन, पद पंकज बंदन। सिमरो अंगद दुख निकंदन। अमरदास हृदय नित ध्यावों, हृदय नित ध्यावों। श्री गुरु रामदास गुण गावों। श्री अर्जन विघ्नन के नाशक, विघ्नन के नाशक। हर गोबिंद शुभ सुमति प्रकाशक। श्री हर राय नमो कर जोरी, नमो कर जोरी। श्री हर कृष्ण मनाऊं बहोरी। तेग बहादुर परम कृपाला, सतगुर परम कृपाला। श्री गुरु गोबिंद सिंह विसाला। तरों तरा पर पुन पुन सीसा, वाहिगुरु पुन पुन सीसा। बंदो बार बार जगदीसा। जिसमें अमृत ज्ञान है माणक भगत वैराग। श्री गुरु ग्रंथ साहिब उदद बंदो कर अनुराग। कहाँ बुद्ध प्रभ तुच्छ हमारी, बरन सकै महिमा जो तुम्हारी। हम ना सकत कर सिफत तिहारी, आप लिहो तुम कथा सुधारी। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। दोहरा राओ पकर बाहरूं लियो, हवेली लई खुलवाए। किचक सिंह गुर संग फड़े, किचक सिंह गुर संग बड़े। दोए साहिब जादे रलवाए। राओ पकड़ बारों लियो, हवेली लई खुलवाए। किचक सिंह गुर संग बड़े, दोए साहिब जादे रलवाए। वाहिगुरु जी का खालसा वाहिगुरु जी की फतेह। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ। ਸਤਿਗੁਰੂ ਦੀ ਨਿੱਘੀ ਗੋਦ ਦਾ ਆਪ ਸਭ ਸੰਗਤਾਂ ਆਨੰਦ ਮਾਣ ਰਹੇ ਹੋ। ਆਓ ਸੰਧਿਆ ਵੇਲੇ ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਸਤਿਗੁਰੂ ਨੇ ਜੁੜਨ ਵਾਸਤੇ ਇਹ ਸਮਾਂ ਬਖਸ਼ਿਆ। ਇਸ ਸਮੇਂ ਨੂੰ ਸਫਲਾ ਬਣਾਈਏ। ਬੇਨਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾ ਕੇ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਉ ਪਕੜ ਬਾਹਰੋਂ ਲਿਓ, ਹਵੇਲੀ ਲਈ ਖੁਲਵਾਏ। ਬੀਤੇ ਦਿਨੀ ਸਰਵਣ ਕੀਤਾ ਕਿ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਅੰਦਰ ਪਹੁੰਚਦੇ ਨੇ। ਜੋ ਚਮਕੌਰ ਦੀ ਗੜੀ ਦਾ ਮਾਲਕ ਹੈ ਰਾਓ ਚੌਧਰੀ, ਖਾਲਸਾ ਜੀ ਉਸ ਨੂੰ ਬੁਲਾ ਕਰਕੇ ਹਵੇਲੀ ਦਾ ਬੂਹਾ ਖੁਲਵਾਇਆ ਤੇ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਵੇਲੀ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਕਿਛਕ ਸਿੰਘ ਗੁਰ ਸੰਗ ਬੜੇ, ਦੋਏ ਸਾਹਿਬਜ਼ਾਦੇ ਰਲਵਾਏ। ਸੱਚੇ ਪਾਤਸ਼ਾਹ ਜੀ ਦੇ ਨਾਲ ਮੁੱਠੀ ਭਰ 40 ਸਿੰਘ ਤੇ 2 ਸਾਹਿਬਜ਼ਾਦੇ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਚੌਪਈ ਤੋ ਮਲੇਰੀਆ ਨੇ ਆਨ ਘੇਰਾ ਪਾਇਓ। ਜਿਸ ਵਕਤ ਪਾਤਸ਼ਾਹ ਜੀ ਗੜੀ ਦੇ ਅੰਦਰ ਪਹੁੰਚੇ, ਕਹਿੰਦੇ ਠੀਕ ਉਸੇ ਸਮੇਂ ਮਲੇਰ ਕੋਟਲੇ ਦੀ ਫੌਜ ਨੇ ਆ ਕਰਕੇ ਸਭ ਤੋਂ ਪਹਿਲਾਂ ਇਸ ਚਮਕੌਰ ਦੀ ਗੜੀ ਨੂੰ ਆ ਕੇ ਘੇਰਾ ਪਾਇਆ। ਨਹਿ ਦਾਣਾ ਕਿਛ ਉਸ ਮੱਧ ਬਾਇ ਥਾਇਓ। ਤੇ ਖਾਲਸਾ ਜੀ ਅੰਦਰ ਤੇ ਚਮਕੌਰ ਦੀ ਗੜੀ ਦੇ ਅੰਦਰ ਪਹਿਲਾਂ ਹੀ ਕੋਈ ਦਾਣਾ ਨਹੀਂ ਸੀ, ਭਾਵ ਛਕਣ ਵਾਸਤੇ ਪ੍ਰਸ਼ਾਦਾ ਭੋਜਨ ਅੰਦਰ ਨਹੀਂ ਹੈ। ਤੇ ਜਦੋਂ ਮਲੇਰ ਕੋਟਲੇ ਦੀ ਫੌਜ ਨੇ ਆ ਕਰਕੇ ਚਮਕੌਰ ਦੀ ਗੜੀ ਨੂੰ ਬੰਦ ਕਰ ਦਿੱਤਾ, ਰਸਤੇ ਬੰਦ ਕਰ ਦਿੱਤੇ, ਆਵਾਜਾਈ ਬੰਦ ਕਰ ਦਿੱਤੀ, ਤੇ ਉਹਨਾਂ ਨੇ ਖਾਲਸਾ ਜੀ ਅੰਨ ਪਾਣੀ ਵੀ ਅੰਦਰ ਜਾਣਾ ਬੰਦ ਕਰ ਦਿੱਤਾ। ਨਾਹੇ ਹੁਤੀ ਕੁਛ ਜੁਗਤ ਲੜਾਈ। ਤੇ ਹੁਣ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਹਜੇ ਪਹੁੰਚੇ ਨੇ, ਵੇਖੋ ਕੁਝ ਕੇ ਸਿੰਘ ਉਹ 6-7 ਮਹੀਨਿਆਂ ਤੋਂ ਭੁੱਖਾਂ ਕੱਟ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਕਰਦੇ ਕਰਦੇ ਆਏ ਨੇ। ਪੈਰਾਂ ਵਿੱਚ ਉਹਨਾਂ ਦੇ ਜੋੜਾ ਕੋਈ ਨਹੀਂ, ਪੈਰਾਂ ਵਿੱਚ ਜ਼ਖਮ ਹੋਏ ਨੇ ਤੇ ਖੂਨ ਲਗਾਤਾਰ ਪੈਰਾਂ ਦੇ ਵਿੱਚੋਂ ਵਗ ਰਿਹਾ। ਤੇ ਜਿਹੜੇ ਹੱਥ ਨੇ, ਉਧਰੋਂ ਸਰਦੀ ਦਾ ਮੌਸਮ ਹੈ, ਉਹਨਾਂ ਹੱਥਾਂ ਦੇ ਨਾਲ ਮੁੱਠੇ ਪਕੜੇ ਨੇ ਤੇਗਾਂ ਦੇ, ਤੇ ਖਾਲਸਾ ਜੀ ਦਰਿਆ ਦਾ ਠੰਡਾ ਪਾਣੀ ਵੀ ਉਹਨਾਂ ਹੱਥਾਂ ਨੂੰ ਛੂਹਿਆ ਜਿਨ੍ਹਾਂ ਹੱਥਾਂ ਤੇ ਜ਼ਖਮ ਹੋਏ ਨੇ। ਕੜਾਕੇ ਦੀ ਸਰਦੀ ਦੇ ਵਿੱਚ ਪੈਰਾਂ ਵਿੱਚ ਜ਼ਖਮ ਨੇ, ਹੱਥਾਂ ਵਿੱਚ ਜ਼ਖਮ ਨੇ, ਸਾਰੇ ਸਰੀਰ ਦੇ ਉੱਤੇ ਤੁਰਕ ਸੁਲਤਨਤ ਦੀ ਜਿਹੜੀ ਫੌਜ ਹੈ, ਮੁਗਲ ਹਕੂਮਤ ਦੀ ਫੌਜ ਦੇ ਕਿਰਪਾਨਾਂ ਦੇ ਫੱਟ ਲੱਗੇ ਹੋਏ ਨੇ, ਸਰੀਰ ਵੀ ਜ਼ਖਮੀ ਨੇ। ਤੇ ਹਜੇ ਆ ਕਰਕੇ ਲੜਾਈ ਦੀ ਰਣਨੀਤੀ ਨਹੀਂ ਬਣਾਈ, ਕੋਈ ਜੁਗਤੀ ਨਹੀਂ ਬਣਾਈ, ਪਰ ਫੌਜ ਨੇ ਆ ਕਰਕੇ ਘੇਰਾ ਪਾ ਦਿੱਤਾ ਜਦੋਂ ਹਜੇ ਸਿੰਘਾਂ ਨੇ ਕੋਈ ਮੋਰਚਾ ਬੰਦੀ ਵੀ ਨਹੀਂ ਕੀਤੀ। ਫੌਜ ਸਭੀ ਕੰਧ ਪਿਲਚੀ ਆਈ। ਕਿਉਂਕਿ ਖਾਲਸਾ ਜੀ ਜਿਹੜੀ ਚਮਕੌਰ ਦੀ ਗੜੀ ਉਹ ਕੱਚੀ ਗੜੀ ਹੈ, ਉਹਦੀਆਂ ਕੰਧਾਂ ਨੂੰ ਆ ਕਰਕੇ ਫੌਜ ਨੇ ਘੇਰਾ ਪਾ ਲਿਆ ਜਿੱਥੇ ਮੋਰਚਾ ਬੰਦੀ ਸਹੀ ਤਰੀਕੇ ਨਾਲ ਨਹੀਂ ਹੋ ਸਕਦੀ। ਅੱਗਿਓਂ ਖਾਲਸੇ ਸ਼ਸਤਰ ਚਲਾਏ। ਪਰ ਵੇਖੋ ਹੌਸਲੇ ਬੁਲੰਦ ਨੇ, ਸਰੀਰ ਭਾਵੇਂ ਫੱਟੜ ਨੇ, ਜ਼ਖਮੀ ਨੇ। ਜਦੋਂ ਆ ਕੇ ਮਲੇਰ ਕੋਟਲੇ ਦੀ ਫੌਜ ਨੇ ਘੇਰਾ ਪਾਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਨੇ ਉਦੋਂ ਸ਼ਸਤਰ ਚਲਾਉਣੇ ਸ਼ੁਰੂ ਕੀਤੇ। ਉਤੇ ਬਚਤ ਥੇ ਜੋ ਉਨ ਪਾਏ। ਹੁਣ ਵੇਖੋ ਸ਼ਸਤਰ ਹਥਿਆਰ ਵੀ ਕੋਈ ਬਹੁਤੇ ਨਹੀਂ, ਕੇਵਲ ਆ ਕਿਰਪਾਨਾਂ ਹੀ ਨੇ, ਕਿਉਂਕਿ ਜਿਹੜੀਆਂ ਗੋਲੀਆਂ ਸਨ, ਬੰਦੂਕਾਂ ਸਨ, ਬਰੂਦ ਸੀ, ਉਹ ਤੇ ਪਾਣੀ ਨਾਲ ਗਿੱਲੇ ਹੋ ਗਏ ਸੀ। ਪਰ ਵੇਖੋ ਐਸਾ ਵਿਪਤਾ ਭਰਿਆ ਸਮਾਂ ਕਿ ਸ਼ਸਤਰ ਵੀ ਬਹੁਤੇ ਨਹੀਂ, ਪਰ ਕਿੰਨੀ ਕੇ ਚੜ੍ਹਦੀ ਕਲਾ ਖਾਲਸੇ ਦੀ ਹੋਵੇਗੀ, ਗੁਰੂ ਗੋਬਿੰਦ ਸਿੰਘ ਦੇ ਉੱਤੇ ਕਿੰਨਾ ਕੇ ਭਰੋਸਾ ਹੋਵੇਗਾ ਕਿ ਸਾਹਮਣਿਓਂ ਵੈਰੀ ਤੋਪਾਂ ਲੈ ਕੇ ਆ ਰਿਹਾ ਹੈ ਤੇ ਉਹਨਾਂ ਤੋਪਾਂ ਦਾ ਮੁਕਾਬਲਾ ਗੁਰੂ ਕਾ ਖਾਲਸਾ ਗਾਤਰੇ ਪਾਈ ਤੇਗਾਂ ਦੇ ਨਾਲ, ਕਿਰਪਾਨਾਂ ਦੇ ਨਾਲ ਕਰ ਰਿਹਾ ਹੈ। ਮਾਰ ਪਠਾਨ ਤਬ ਦਏ ਹਟਾਏ। ਹੁਣ ਜਦੋਂ ਪਠਾਨ ਚਮਕੌਰ ਦੀ ਗੜੀ ਦੇ ਅੰਦਰ ਵੜਨਾ ਚਾਹੁੰਦੇ, ਗੁਰੂ ਕਾ ਖਾਲਸਾ ਉਹਨਾਂ ਦਾ ਉੱਥੇ ਹੀ ਸੋਧਾ ਲਾਉਂਦਾ ਹੈ। ਤੋਂ ਲੋ ਨਾਰ ਖਾ ਪੜਿਓ ਆਏ। ਕਹਿੰਦੇ ਜਦੋਂ ਮਲੇਰ ਕੋਟਲੇ ਦੀ ਫੌਜ ਉਹਦਾ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ ਤੇ ਆਪਣੇ ਆਪ ਵਿੱਚ ਮੰਨਿਆ ਪਰਮੰਨਿਆ ਜਰਨੈਲ ਨਾਰ ਖਾਂ, ਇਹ ਵੀ ਖਾਲਸਾ ਜੀ ਚਮਕੌਰ ਦੀ ਗੜੀ ਵੱਲ ਵੱਧ ਕੇ ਆਇਆ, ਕਿਉਂਕਿ ਉੱਥੇ ਭਾਰਤ ਦੇ ਮੁਗਲ ਹਕੂਮਤ ਦੇ ਉਹ ਜਰਨੈਲ ਗਏ ਜਿਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਕੋਈ ਹਰਾ ਨਹੀਂ ਸਕਦਾ। ਜ਼ਬਰਦਸਤ ਖਾਂ ਗਿਆ, ਦਿਲਾਵਰ ਖਾਂ ਗਿਆ, ਹੁਸੈਨ ਖਾਂ ਗਿਆ। ਖਾਲਸਾ ਜੀ ਉਸ ਧਰਤੀ ਦੇ ਉੱਤੇ ਘੁਮੰਡ ਚੰਦ ਗਿਆ, ਉਸ ਧਰਤੀ ਦੇ ਉੱਤੇ ਨਾਲਾਗੜ੍ਹ ਦੀ ਰਿਆਸਤ ਗਈ, ਸਰਸਾ ਦੀ ਰਿਆਸਤ ਗਈ, ਬੁਢਲਾਡੇ ਦੀ ਰਿਆਸਤ ਗਈ, ਫਤਿਆਬਾਦ ਦੀ ਰਿਆਸਤ ਗਈ। ਐਸੇ ਐਸੇ ਮੰਨੇ ਪਰਮੰਨੇ ਜਰਨੈਲਾਂ ਨੇ ਜਾ ਕਰਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ।
ਪਰ ਗੁਰੂ ਕਾ ਖਾਲਸਾ ਫਿਰ ਵੀ ਟਾਕਰਾ ਕਰਦਾ ਹੈ। ਤੇ ਹੁਣ ਨਾਹਰ ਖਾਂ ਆਪਣੀ 10,000 ਫੌਜ ਦੀ ਟੁਕੜੀ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਉਂਦਾ ਹੈ। पूछ तो आयो है गुर कहीं, ਬੜੇ ਹੰਕਾਰ ਦੇ ਵਿੱਚ ਪੁੱਛਦਾ ਹੈ ਕਿ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਮੈਨੂੰ ਖਬਰ ਦਿਓ, ਮੈਂ ਜਾਂਦਿਆਂ ਹੀ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਵਾਂਗਾ। कोई उसे बतावो पहुंचो तही, ਕਹਿੰਦਾ ਮੈਨੂੰ ਇੱਕ ਵਾਰ ਖਬਰ ਦੱਸੋ ਕਿ ਕਿਸ ਚਮਕੌਰ ਦੀ ਗੜੀ ਦੇ ਅੰਦਰ ਕਿਸ ਕੋਨੇ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ, ਮੈਂ ਜਾਂਦਿਆਂ ਹੀ ਜਾ ਕਰਕੇ ਗ੍ਰਿਫਤਾਰ ਕਰਕੇ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਕਰਾਂਗਾ। ਇਸ ਤਰ੍ਹਾਂ ਹੰਕਾਰ ਦੀ ਬੋਲੀ ਬੋਲਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਤੇ ਚੜ ਕੇ ਜਾ ਰਿਹਾ ਹੈ। तो सतगुरु उस आख सुनायो, ਕਹਿੰਦੇ ਉਧਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਕੱਚੀ ਗੜੀ ਦੇ ਉੱਤੋਂ ਵੇਖਦੇ ਆ ਕਿ ਨਾਹਰ ਖਾਂ 10,000 ਦੀ ਫੌਜ ਦੇ ਨਾਲ ਚੜ ਕੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰ ਰਸ ਦੇ ਵਿੱਚ ਆ ਕਰਕੇ ਨਾਹਰ ਖਾਂ ਨੂੰ ਲਲਕਾਰ ਕੇ ਕਹਿਣ ਲੱਗੇ, ओ तकड़ो तीर तैं वाल आयो, ਮਹਾਰਾਜ ਨੇ ਵੀਰ ਰਸ ਵਿੱਚ ਕਿਹਾ, ਨਾਹਰ ਖਾਂ ਕਿਉਂ ਹੰਕਾਰ ਦੀਆਂ ਬੋਲੀਆਂ ਬੋਲਦਾ ਹੈ? ਲੈ ਤਗੜਾ ਹੋ, ਆ ਗੁਰੂ ਗੋਬਿੰਦ ਸਿੰਘ ਦੇ ਭੱਥੇ ਦੇ ਵਿੱਚੋਂ ਮੈਂ ਇੱਕ ਤੀਰ ਤੇਰੇ ਵੱਲ ਭੇਜ ਰਿਹਾ, ਐਵੇਂ ਬੋਲੀ ਨਾ ਜਾ, ਤਗੜਾ ਹੋ ਕਰਕੇ ਮੇਰੇ ਤੀਰ ਦਾ ਮੁਕਾਬਲਾ ਕਰ। लगे ओ छाती तोड़ लंगे ओ संजोए, ਕਹਿੰਦੇ ਬੜੇ ਮਾਣ ਨਾਲ ਆਇਆ, ਸਾਰੇ ਸਰੀਰ ਨੂੰ ਲੋਹੇ ਦੇ ਨਾਲ ਸੰਜੋਇਆ ਸੀ, ਸੰਜੋ ਪਾਈ ਹੋਈ ਸੀ ਖਾਲਸਾ ਜੀ। ਧੰਨ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀਆਂ ਗੱਲਾਂ ਕਰਦਾ ਹੈ। ਕਲਗੀਆਂ ਵਾਲੇ ਨੇ ਇੱਕ ਤੀਰ ਭੱਥੇ ਦੇ ਵਿੱਚੋਂ ਕੱਢ ਕੇ ਨਾਹਰ ਖਾਂ ਵੱਲ ਘੱਲਿਆ। ਕਹਿੰਦੇ ਸੱਚੇ ਪਾਤਸ਼ਾਹ ਨੇ ਇੰਨੀ ਕੇ ਤਾਕਤ ਦੇ ਨਾਲ ਤੀਰ ਤੰਦੇ ਦੇ ਨਾਲ ਖਿੱਚ ਕੇ ਛੱਡਿਆ ਕਿ ਨਾਹਰ ਖਾਂ ਦੀ ਛਾਤੀ ਪਾੜ ਦਾ ਤੀਰ ਪਾਰ ਲੰਘ ਗਿਆ। के ओ दवल्लों पारस होए, ਕਹਿੰਦੇ ਅਟਕਿਆ ਨਹੀਂ ਸਰੀਰ ਦੇ ਵਿੱਚ, ਇੰਨੇ ਜ਼ੋਰ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਛੱਡਿਆ ਕਿ ਉਹਦੀ ਲੋਹੇ ਦੀ ਪਾਈ ਹੋਈ ਸੰਜੋ ਧੰਨ ਗੁਰੂ ਗੋਬਿੰਦ ਸਿੰਘ ਦਾ ਤੀਰ ਇਸ ਤਰ੍ਹਾਂ ਪਾੜਦਾ ਪਾਰ ਹੋ ਗਿਆ। गिरे ओ भूम पर चूमे सोए, ਤੇ ਕਹਿੰਦੇ ਜਿਵੇਂ ਕੋਈ ਨਸ਼ਾ ਖਾ ਕਰਕੇ ਅਮਲੀ ਝੂਮ ਕੇ ਧਰਤੀ ਤੇ ਡਿੱਗਦਾ ਹੈ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਨੇ ਤੀਰ ਨੇ ਛਾਤੀ ਵਿੰਨ ਦਿੱਤੀ ਖਾਲਸਾ ਜੀ ਨਾਹਰ ਖਾਂ ਦੀ, ਕਹਿੰਦੇ ਝੂਮ ਕੇ ਘੁੰਮ ਕੇ ਧਰਤੀ ਦੇ ਉੱਤੇ ਜਾ ਡਿੱਗਿਆ। ਲੈ ਲੋਥ ਨੱਠੇ ਉਸੇ ਸਥੋਏ, ਤੇ ਜਿਹੜੀ 10,000 ਫੌਜ ਨਾਹਰ ਖਾਂ ਦੇ ਨਾਲ ਗੱਲਾਂ ਕਰਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਦੀ, ਉਹ ਕਹਿੰਦੇ ਆਪਣੇ ਜਰਨੈਲ ਨਾਹਰ ਖਾਂ ਦੀ ਲਾਸ਼ ਨੂੰ ਚੁੱਕਣ ਲੱਗੇ। ਦੋਹਰਾ ਆਏ ਜੋ ਨਾਹਰ ਸਾਥ ਥੇ, 100 ਬਹੁ ਦੀਨੇ ਮਾਰ, ਜਿੰਨੇ ਵੀ ਨਾਹਰ ਖਾਂ ਨਾਲ ਚੜ ਕੇ ਆਏ ਧੰਨ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਨੇ ਕੱਲੇ ਕੱਲੇ ਨੂੰ ਛਲਣੀ ਕਰ ਦਿੱਤਾ, ਕੱਲੇ ਕੱਲੇ ਨੂੰ ਹਾਰ ਦੀ ਧੂੜ ਚਟਾ ਦਿੱਤੀ। ਕਿਛ ਸਤਗੁਰ ਕੁਛ ਖਾਲਸੇ, ਕਰ ਸਾਹਿਬ ਜਾਦਨ ਵਾਰ, ਕੁਝ ਧੰਨ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਮਾਰੇ, ਕੁਝ ਗੁਰੂ ਕੇ ਲਾਲਾਂ ਨੇ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਉਹਨਾਂ ਨੇ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਨਾਹਰ ਖਾਂ ਦੀ 10,000 ਫੌਜ ਦਾ ਟਾਕਰਾ ਕੀਤਾ। ਚੌਪਈ ਯਹੀ ਖਬਰ ਉਸ ਭਈ ਬਿਰਾਦਰ, ਹੁਣ ਕਹਿੰਦੇ ਜਦੋਂ ਨਾਹਰ ਖਾਂ ਵੀ ਮਾਰਿਆ ਗਿਆ ਚਮਕੌਰ ਦੇ ਜੰਗ ਦੇ ਅੰਦਰ, ਉਹਦੇ ਭਰਾ ਬਿਰਾਦਰ ਤੋਂ ਭਾਵ ਭਰਾ ਨੂੰ ਪਤਾ ਲੱਗਾ, ਉਹਦਾ ਭਰਾ ਸੀ ਖਵਾਜਾ ਖਿਜਰ, ਕਹਿੰਦੇ ਖਵਾਜਾ ਖਿਜਰ ਤੱਕ ਉਹਦੇ ਭਰਾ ਦੀ ਮੌਤ ਦੀ ਖਬਰ ਚਲੀ ਗਈ। ਖਵਾਜ ਖਿਜਰ ਵੱਡ ਕਹਾਤ ਬਹਾਦਰ, ਕਹਿੰਦੇ ਆਪਣੇ ਆਪ ਦੇ ਵਿੱਚ ਇਹ ਵੀ ਬੜਾ ਬਹਾਦਰ ਸੀ, ਮੰਨਿਆ ਪਰਮੰਨਿਆ ਜਰਨੈਲ ਸੀ, ਲੱਖਾਂ ਫੌਜਾਂ ਦਾ ਇਕੱਲਾ ਟਾਕਰਾ ਕਰਦਾ ਸੀ। ਖਵਾਜਾ ਖਿਜਰ ਨਾਮ ਦਾ ਜਰਨੈਲ ਹੁਣ ਸੱਚੇ ਪਾਤਸ਼ਾਹ ਜੀ ਵੱਲ ਵਧਿਆ। ਸੋ ਆਇਓ ਜਿਮ ਮਸਤੋ ਪੀਲੋ, ਕਹਿੰਦੇ ਜਿਵੇਂ ਇੱਕ ਮਸਤ ਹਾਥੀ ਫੌਜਾਂ ਲਤਾੜਦਾ ਵੱਧਦਾ ਹੈ, ਕਹਿੰਦੇ ਇੱਕ ਮਸਤ ਹਾਥੀ ਦੀ ਚਾਲ ਦੀ ਤਰ੍ਹਾਂ ਖਵਾਜਾ ਖਿਜਰ ਬੜੇ ਹੰਕਾਰ ਦੇ ਨਾਲ, ਗੁਮਾਨ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਵਾਸਤੇ ਗਿਆ। ਲੋਤ ਭਈ ਪਿਖ ਮੁਖ ਭਿਓ ਪੀਲੋ, ਪਰ ਕਹਿੰਦੇ ਜਦੋਂ ਗੜੀ ਦੇ ਸਾਹਮਣੇ ਆਪਣੇ ਭਰਾ ਨਾਹਰ ਖਾਂ ਦੀ ਲਾਸ਼ ਨੂੰ ਵੇਖਿਆ, ਕਹਿੰਦੇ ਰੰਗ ਉੱਡ ਗਏ ਚਿਹਰੇ ਦੇ,
ਜਿਹੜੀਆਂ ਅੱਖਾਂ ਦੇ ਵਿੱਚ ਕਹਿੰਦਾ ਸੀ ਕਿ ਗੁੱਸਾ ਬੜਾ ਹੈ, ਕਹਿੰਦੇ ਉਹ ਗੁੱਸੇ ਦਾ ਰੰਗ ਉੱਡ ਗਿਆ, ਰੰਗ ਪੀਲਾ ਪੈ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵਧਣ ਦੀ ਹਿੰਮਤ ਨਾ ਹੋਈ। ਆਗੇ ਸਤਿਗੁਰ ਸ਼ੇਰ ਦਿਖਾਇਓ ਤੇ ਉਧਰ ਚਮਕੌਰ ਦੀ ਗੜੀ ਦੇ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਢੀ ਸੁਲਤਾਨ ਕਲਗੀਧਰ ਪਾਤਸ਼ਾਹ ਗਰਜ ਮਾਰ ਰਹੇ ਨੇ। ਓਏ ਸ਼ਰਮਿੰਦੇ ਸੀਸ ਕੰਧ ਲੁਕਾਇਓ। ਮਹਾਰਾਜ ਕਹਿੰਦੇ ਖਵਾਜਾ ਖਿਜਰ, ਤੇਰੇ ਭਰਾ ਨੇ ਮੇਰੇ ਤੀਰ ਦਾ ਸਵਾਦ ਚਖਿਆ, ਆ ਹੁਣ ਤੂੰ ਵੀ ਇੱਕ ਮੇਰੇ ਪੱਥੇ ਦੇ ਤੀਰ ਦਾ ਸਵਾਦ ਚੱਖ ਜਾ। ਪਰ ਕਹਿੰਦੇ ਸ਼ਰਮਿੰਦਾ ਹੋ ਗਿਆ, ਰੰਗ ਉੱਡ ਗਿਆ। ਧੰਨ ਗੁਰੂ ਗੋਬਿੰਦ ਸਿੰਘ ਦੇ ਪ੍ਰਤਾਪੀ ਚਿਹਰੇ ਨੂੰ ਵੇਖ ਕੇ ਡਰ ਗਿਆ ਤੇ ਖਾਲਸਾ ਜੀ ਕੰਧ ਦੇ ਓਲੇ ਹੋ ਕੇ ਲੁਕ ਗਿਆ। ਸਤਿਗੁਰ ਉਸੇ ਬਹੁਤ ਲਲਕਾਰਾ। ਤੇ ਉਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਲਕਾਰਦੇ ਨੇ ਕਿ ਸੂਰਮਿਆਂ ਦਾ ਕੰਮ ਲੁਕਣਾ ਨਹੀਂ ਹੁੰਦਾ, ਸੂਰਮਿਆਂ ਦਾ ਕੰਮ ਹੁੰਦਾ ਜੰਗ ਦੇ ਮੈਦਾਨ ਦੇ ਅੰਦਰ ਆਪਣੀ ਛਾਤੀ ਦੇ ਉੱਤੇ ਤੀਰ ਖਾਣੇ। ਆਓ ਹਮੇ ਤੁਮ ਕਰੇ ਦੋਹੇ ਬਾਰਾ। ਖਵਾਜਾ ਖਿਜਰ, ਇਸ ਦੀਵਾਰ ਦਾ, ਇਸ ਕੰਧ ਦਾ ਓਟ ਆਸਰਾ ਛੱਡ, ਜੰਗ ਦੇ ਮੈਦਾਨ ਵਿੱਚ ਆ, ਆਮਣੇ ਸਾਹਮਣੇ ਹੋਈਏ, ਦੋ ਦੋ ਵਾਰ ਕਰਕੇ ਵੇਖੀਏ। ਤੇ ਜਿਸ ਤਰ੍ਹਾਂ ਤੇਰਾ ਭਰਾ ਮੇਰੇ ਤੀਰ ਦਾ ਸਵਾਦ ਲੈ ਕੇ ਗਿਆ, ਇੱਕ ਤੀਰ ਮੈਂ ਤੈਨੂੰ ਵੀ ਬਖਸ਼ਿਸ਼ ਵਜੋਂ ਦਵਾਂਗਾ। ਉਸੇ ਹਵਾਸ਼ ਤੋਂ ਉੱਡ ਗਏ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਲਲਕਾਰ ਮਾਰੀ, ਕਹਿੰਦੇ ਖਾਲਸਾ ਜੀ ਸਾਹ ਉੱਡ ਗਏ, ਰੰਗ ਉੱਡ ਗਿਆ। ਖਵਾਜਾ ਖਿਜਰ ਅੱਗੇ ਨਾ ਹੋਇਆ। ਉਹਨੇ ਤੀਰ ਸਤਿਗੁਰ ਲਖ ਲਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੀ ਜੋ ਤਾਕਤ ਹੈ, ਖਵਾਜਾ ਖਿਜਰ ਪਹਿਚਾਨ ਗਿਆ ਕਿ ਇਹ ਸੰਸਾਰਕ ਤੀਰ ਨਹੀਂ, ਇਹ ਰੱਬ ਦੀ ਕਰੋਪੀ ਵਾਲੇ ਉਹ ਦਰਗਾਹੀ ਤੀਰ ਨੇ। ਇਨ੍ਹਾਂ ਦੇ ਸਾਹਮਣੇ ਅਰਬਾਂ ਦੀ ਗਿਣਤੀ ਵਿੱਚ ਵੀ ਫੌਜ ਆ ਜਾਵੇ, ਕਲਗੀਆਂ ਵਾਲੇ ਦਾ ਇੱਕ ਤੀਰ ਵੀ ਅਰਬਾਂ ਦੀ ਫੌਜ ਨੂੰ ਖਤਮ ਕਰ ਸਕਦਾ ਹੈ। ਆਪ ਰੇ ਉਹ ਵਹਿ ਬਹਿਕਾਂ ਦੇ ਓਟ। ਕਹਿੰਦੇ ਖਵਾਜਾ ਖਿਜਰ ਖੁਦ ਤੇ ਖਾਲਸਾ ਜੀ ਕੰਧ ਦੀ ਓਟ ਲੈ ਕੇ ਬੈਠ ਗਿਆ, ਗੜੀ ਦੀ ਓਟ ਲੈ ਕਰਕੇ ਲੁਕ ਕੇ ਬਹਿ ਗਿਆ। ਕਲ ਲਵਾਵੇ ਔਰਨ ਚੋਟ। ਤੇ ਆਪਣੀ ਫੌਜਾਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਹੋ ਕੇ ਹਮਲਾ ਕਰੋ, ਮੇਰਾ ਤੁਹਾਨੂੰ ਆਦੇਸ਼ ਹੈ, ਗੁਰੂ ਗੋਬਿੰਦ ਸਿੰਘ ਤੇ ਵਾਰ ਕਰੋ। ਕਹਿੰਦੇ ਖੁਦ ਤੇ ਲੁਕ ਰਿਹਾ ਡਰ ਦੇ ਨਾਲ ਤੇ ਦੂਸਰਿਆਂ ਦੇ ਪੁੱਤਰਾਂ ਨੂੰ ਅੱਗੇ ਕਰ ਰਿਹਾ ਹੈ। ਤਉ ਵਜ਼ੀਰ ਤੁਰਕ ਤੈ ਆਇਓ। ਤੇ ਇੰਨੇ ਨੂੰ ਸਰਹੰਦ ਦਾ ਸੂਬੇ ਸਰਹੰਦ ਵਜ਼ੀਰ ਖਾਂ ਉਹ ਵੀ ਆਪਣੀ ਫੌਜ ਲੈ ਕਰਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਉਣ ਵਾਸਤੇ ਪਹੁੰਚ ਗਿਆ। ਆਨੂ ਨੇ ਪੀ ਜੰਗ ਮਚਾਇਓ। ਤੇ ਉਹਨੇ ਵੀ ਆ ਕਰਕੇ ਭਿਆਨਕ ਜੰਗ ਮਚਾ ਦਿੱਤਾ। ਪਾਛੇ ਪੜੇ ਪਹਾੜੀ ਆਏ। ਤੇ ਉਧਰੋਂ 22 ਧਾਰ ਦੇ ਰਾਜੇ ਖਾਲਸਾ ਜੀ, ਉਹ ਵੀ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕਰਕੇ ਪਹੁੰਚ ਗਏ। ਉਹਨਾਂ ਨੇ ਵੀ ਬਹੁਤ ਜ਼ੋਰ ਚ ਲਗਾਏ। ਉਹਨਾਂ ਨੇ ਵੀ ਆ ਕੇ ਬੜਾ ਜ਼ੋਰ ਲਾਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਈਏ। ਦੋਹਰਾ ਸਭੇ ਲਾਏ ਬਲ ਥੱਕ ਰਹੇ, ਟੂਟੀ ਸੋ ਜਾਗਾ ਨਾ ਹੈ। ਪਰ ਕਹਿੰਦੇ ਸਾਰਿਆਂ ਦੀਆਂ ਤਾਕਤਾਂ ਵਿਅਰਥ ਹੋ ਗਈਆਂ, ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਕਿਤੇ ਮਾਮੂਲੀ ਬਾਤ ਨਹੀਂ, ਇਹ ਖੁਦ ਖੁਦਾ ਦਾ ਰੂਪ ਹੈ। ਜੇ ਕਲਗੀਆਂ ਵਾਲੇ ਇੱਕ ਤੀਰ ਵੀ ਚਲਾ ਦੇਣ, ਸਾਰੀ ਫੌਜ ਮਲੀਆ ਮੇਟ ਹੋ ਸਕਦੀ ਹੈ। ਪਰ ਇਹ ਸਤਿਗੁਰੂ ਨੇ ਰੱਬ ਦੇ ਭਾਣੇ ਵਿੱਚ ਰਹਿਣਾ ਸਿਖਾਇਆ। ਖਾਲਸਾ ਜੀ, ਇਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਘੇਰਾ ਪਾ ਨਹੀਂ ਸਕਦੇ ਜੇ ਪਾਤਸ਼ਾਹ ਦੀ ਮੌਜ ਨਾ ਹੋਵੇ। ਜੇ ਸੱਚੇ ਪਾਤਸ਼ਾਹ ਚਾਹਣ, ਇੱਕ ਤੀਰ ਦੇ ਨਾਲ ਸਾਰੀ ਫੌਜ ਮਲੀਆ ਮੇਟ ਕਰ ਸਕਦੇ ਨੇ। ਕਿਉਂਕਿ ਮੈਂ ਆਪ ਜੀ ਨੂੰ ਇੱਕ ਝਲਕ ਮਾਤਰ ਬੇਨਤੀ ਕਰਾਂ ਕਿ ਸਕੇਤ ਮੰਡੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਕੇਤ ਮੰਡੀ ਗਏ, ਉਸ ਅਸਥਾਨ ਤੇ ਰਾਜੇ ਨੇ ਵਰ ਮੰਗਿਆ ਮੇਰਾ ਰਾਜ ਸਲਾਮਤ ਰਵੇ। ਤੇ ਜਿਸ ਤਰ੍ਹਾਂ ਪਹਿਲਾਂ ਵੀ ਬੇਨਤੀ ਕੀਤੀ, ਮਹਾਰਾਜ ਨੇ ਮਿੱਟੀ ਦਾ ਭਾਂਡਾ ਹਾਂਡੀ ਵਿੱਚ ਸੱਟਿਆ, ਤੀਰ ਮਾਰਿਆ, ਉਹਦੇ ਵਿੱਚ ਛੇਕ ਹੋ ਗਏ, ਪਰ ਫਿਰ ਵੀ ਭਾਂਡਾ ਪਾਣੀ ਵਿੱਚ ਨਹੀਂ ਡੁੱਬਿਆ। ਤੇ ਸੱਚੇ ਪਾਤਸ਼ਾਹ ਨੇ ਕਿਹਾ ਰਾਜਨ, ਜੈਸੇ ਬਚੀ ਹੈ ਤੇਰੀ ਹਾਂਡੀ, ਵੈਸੇ ਬਚੇਗੀ ਤੇਰੀ ਮੰਡੀ। ਤੇਰੀ ਮੰਡੀ ਇਸ ਧਰਤੀ ਨੂੰ ਕੋਈ ਮੁਕਾ ਨਹੀਂ ਸਕੇਗਾ, ਲੁੱਟ ਨਹੀਂ ਸਕੇਗਾ। ਉੱਥੇ ਖਾਲਸਾ ਜੀ ਮਹਾਰਾਜ ਦੀਆਂ ਨਿਸ਼ਾਨੀਆਂ। ਉਸ ਅਸਥਾਨ ਤੋਂ ਅੱਗੇ ਜਾ ਕਰਕੇ ਇੱਕ ਅਸਥਾਨ ਹੈ ਗੁਰਦੁਆਰਾ ਰਵਾਲਸਰ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਅਸਥਾਨ ਤੇ ਗਏ, ਇਹ ਪਹਾੜੀ ਤੇ ਹੈ ਗੁਰਦੁਆਰਾ। ਕਹਿੰਦੇ ਇੱਥੇ ਇੱਕ ਰਿਸ਼ੀ ਸੀ, ਉਹ ਰਿਸ਼ੀ ਜਪ ਤਪ ਕਰਕੇ ਤਾਕਤਾਂ ਦਾ ਮਾਲਕ ਹੋ ਗਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ, ਸਾਧੂਆਂ ਸੰਤਾਂ ਨੂੰ ਪਰੇਸ਼ਾਨ ਕਰਦਾ ਸੀ। ਉਹ ਇੱਛਾਧਾਰੀ ਨਾਗ ਬਣ ਚੁੱਕਿਆ ਸੀ, ਕਿਸੇ ਦਾ ਵੀ ਰੂਪ ਲੈ ਕਰਕੇ ਉਹਨੂੰ ਪਰੇਸ਼ਾਨ ਕਰਨ ਲੱਗ ਗਿਆ।
ਤੇ ਜਦੋਂ ਗੁਰੂ ਗੋਬਿੰਦ ਸਿੰਘ ਗਏ, ਮਹਾਰਾਜ ਨੇ ਹਜੇ ਤੀਰ ਤੰਦੀ ਤੇ ਚਾੜਿਆ। ਕਹਿੰਦੇ ਆਲੇ ਦੁਆਲੇ ਦੀਆਂ ਜਿੰਨੀਆਂ ਪਹਾੜੀਆਂ ਸੀ ਉਹ ਸਾਰੀਆਂ ਪਹਾੜੀਆਂ ਕੰਬਣ ਲੱਗ ਪਈਆਂ। ਜਦੋਂ ਪਹਾੜੀਆਂ ਕੰਬਣ ਲੱਗ ਪਈਆਂ, ਹਲਚਲ ਹੋਈ ਤੇ ਉਹ ਰਿਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆ ਕੇ ਢਹਿ ਗਿਆ। ਕਹਿਣ ਲੱਗਾ, ਪਾਤਸ਼ਾਹ ਮੇਰੇ ਤੋਂ ਭੁੱਲ ਹੋਈ ਹੈ, ਮੈਂ ਮਾਮੂਲੀ ਸੰਤ ਸਮਝਿਆ, ਪਰ ਤੁਸੀਂ ਖੁਦਾ ਦਾ ਰੂਪ ਹੋ, ਮੇਰੀ ਭੁੱਲ ਬਖਸ਼ ਦਿਓ। ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਕੋਲ 96 ਕਰੋੜ ਭੁਜੰਗਾਂ ਦੀ ਫੌਜ ਤਿਆਰ ਹੈ। 96 ਕਰੋੜ ਭੁਜੰਗ ਤੋਂ ਭਾਵ ਸੱਪ। ਕਹਿੰਦਾ ਮੇਰੇ ਕੋਲ 96 ਕਰੋੜ ਸੱਪ ਤਿਆਰ ਨੇ, ਜੇ ਕਹੋ ਤੇ ਮੈਂ ਤੁਹਾਡੀ ਸੇਵਾ ਵਿੱਚ ਲਾ ਦਿਆਂਗਾ, ਜੰਗ ਵਿੱਚ ਵਰਤ ਲਿਓ। ਕਲਗੀਆਂ ਵਾਲੇ ਕਹਿਣ ਲੱਗੇ ਕਿ ਰਿਸ਼ੀਆ, ਹਜੇ ਤੂੰ ਵੀ ਸੰਜਮ ਵਿੱਚ ਆ ਤੇ ਆਪਣੀਆਂ ਫੌਜਾਂ ਨੂੰ ਵੀ ਸੰਜਮ ਵਿੱਚ ਰੱਖ। ਜਦੋਂ ਸਾਨੂੰ ਲੋੜ ਹੋਵੇਗੀ, ਲੋੜ ਪੈਣ ਤੇ ਤੇਰੀ ਇਸ 96 ਕਰੋੜ ਭੁਜੰਗਾਂ ਦੀ ਫੌਜ ਨੂੰ ਜ਼ਰੂਰ ਵਰਤਾਂਗੇ। ਤੇ ਮਹਾਰਾਜ ਨੇ ਉੱਥੇ ਫਿਰ ਕਲਯੁਗ ਦੀਆਂ ਨਿਸ਼ਾਨੀਆਂ ਦਸੀਆਂ ਕਿ ਜਦੋਂ ਕਲਯੁਗ ਸਿਖਰ ਤੇ ਪਹੁੰਚ ਜਾਵੇਗਾ, ਉਦੋਂ ਅਸੀਂ ਤੇਰੀ ਇਸ 96 ਕਰੋੜ ਭੁਜੰਗ ਫੌਜ ਤੋਂ ਕੰਮ ਜ਼ਰੂਰ ਲਵਾਂਗੇ, ਪਰ ਹਜੇ ਇਹਨਾਂ ਨੂੰ ਸੰਜਮ ਵਿੱਚ ਰੱਖ। ਤੇ ਉੱਥੇ ਇੱਕ ਸਰੋਵਰ ਹੈ 11,000 ਸਾਲ ਪੁਰਾਣਾ। ਮਹਾਰਾਜ ਨੇ ਕਿਹਾ ਇਸ ਸਰੋਵਰ ਵਿੱਚ ਭੁਜੰਗ ਫੌਜ ਨੂੰ ਠਹਿਰਾਣਾ ਕਰ। ਖਾਲਸਾ ਜੀ ਉੱਥੇ ਸਥਾਨ ਬਣਿਆ। ਮਹਾਰਾਜ ਨੇ ਕਿਹਾ ਇਸ ਧਰਤੀ ਨੂੰ ਸਦਾ ਰਵਾਲਸਰ ਸਾਹਿਬ ਦੇ ਨਾਮ ਤੋਂ ਪਛਾਣਿਆ ਜਾਵੇਗਾ। ਰਵਾਲ ਰਿਸ਼ੀ ਦਾ ਨਾਮ ਤੇ ਸਰ ਸਰੋਵਰ ਤੋਂ। ਤੇ ਅੱਜ ਵੀ ਜਦੋਂ ਉਸ ਸਥਾਨ ਤੇ ਜਾਈਏ ਤੇ ਸਰੋਵਰ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਜੀ ਸੱਪ ਐਂ ਤੁਰੇ ਫਿਰਦੇ ਨੇ, ਕੋਲੋਂ ਦੀ ਸੱਪ ਲੰਘ ਜਾਂਦੇ ਨੇ ਪਰ ਕਿਸੇ ਨੂੰ ਕੁਝ ਕਹਿੰਦੇ ਨਹੀਂ। ਉੱਥੇ ਅੱਜ ਵੀ ਸੱਪ ਆਮ ਹੀ ਨਜ਼ਰ ਆਉਂਦੇ ਨੇ। ਤੇ ਉੱਥੋਂ ਦੇ ਗ੍ਰੰਥੀ ਸਿੰਘਾਂ ਨੇ ਦੱਸਿਆ ਕਿ ਭਾਈ ਸਾਹਿਬ ਜੀ ਇਸ ਇਲਾਕੇ ਵਿੱਚ ਅੱਜ ਤੱਕ ਕੋਈ ਵੀ ਬੰਦਾ ਸੱਪ ਦੇ ਲੜਨ ਨਾਲ ਨਹੀਂ ਮਰਿਆ, ਪਰ ਸੱਪ ਸਭ ਤੋਂ ਵੱਧ ਗਿਣਤੀ ਵਿੱਚ ਇੱਥੇ ਨੇ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਕਿ ਸਮਾਂ ਪੈਣ ਤੇ ਇਸੇ 96 ਕਰੋੜ ਭੁਜੰਗ ਫੌਜ ਤੋਂ ਕੰਮ ਲਵਾਂਗੇ। ਸੋ ਕਲਗੀਆਂ ਵਾਲੇ ਪਾਤਸ਼ਾਹ ਤੇ ਐਸੀ ਤਾਕਤ ਦੇ ਮਾਲਕ ਨੇ, ਧਰਤੀ ਦਾ ਤਖਤਾ ਪਲਟਾ ਸਕਦੇ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਰੱਬ ਦੇ ਭਾਣੇ ਵਿੱਚ ਨੇ ਤੇ ਫੌਜਾਂ ਚੜ ਕੇ ਵੀ ਜਾ ਰਹੀਆਂ, ਪਰ ਗੁਰੂ ਕਾ ਖਾਲਸਾ ਆਪਣੇ ਜ਼ਖਮੀ ਹੱਥਾਂ ਦੇ ਨਾਲ ਫਿਰ ਵੀ ਉਹਨਾਂ ਫੌਜਾਂ ਦਾ ਟਾਕਰਾ ਕਰਦਾ ਹੈ। ਡੇਰੇ ਕੀਨੇ ਗਿਰਦ ਤਿੰਨ ਮਨੁੱਖ ਬਹੁ ਮਰਵਾਏ। ਕਹਿੰਦੇ ਜਦੋਂ ਬਹੁਤ ਫੌਜ ਮਰ ਗਈ ਖਾਲਸਾ ਜੀ, ਤਾਂ ਉਸ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਦੂਰ ਜਾ ਕਰਕੇ ਡੇਰਾ ਕਰ ਲਿਆ। ਫੌਜਾਂ ਨੇ ਆਪਣੇ ਤੰਬੂ ਥੋੜੀ ਹੱਦ ਤੋਂ ਪਾਰ ਲਾ ਲਏ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ। ਸੋਨਾ ਨੇ ਸੋਚਿਆ ਵੀ ਇੱਥੇ ਤੀਰ ਨਹੀਂ ਪਹੁੰਚਣਗੇ। ਤੀਰਾਂ ਦੀ ਰੇਂਜ ਤੋਂ ਬਾਹਰ, ਤੀਰਾਂ ਦੀ ਪਹੁੰਚ ਤੋਂ ਬਾਹਰ ਜਾ ਕਰਕੇ ਉਹਨਾਂ ਨੇ ਤੰਬੂ ਲਾਏ। ਉਹਨਾਂ ਤੰਬੂਆਂ ਵਿੱਚ ਡੇਰਾ ਕੀਤਾ। ਜੋ ਪਈ ਅਬ ਅੰਦਰ ਕੀ ਬਾਤ ਸੁਣਾਓ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਤੁਹਾਨੂੰ ਚਮਕੌਰ ਦੀ ਗੜੀ ਦੇ ਅੰਦਰ ਦਾ ਹਾਲ ਸੁਣਾਉਂਦਾ ਹਾਂ। ਉਤੋਂ ਨ ਅੰਦਰ ਅੰਨ ਕਿਥਾਊ। ਕਹਿੰਦੇ ਅੰਦਰ ਐਸੇ ਹਾਲਾਤ ਨੇ, ਕੱਚੀਆਂ ਕੰਧਾਂ ਨੇ ਤੇ ਖਾਲਸਾ ਜੀ ਕੋਈ ਲੰਮੇ ਪੈਣ ਵਾਸਤੇ, ਵਿਸ਼ਰਾਮ ਕਰਨ ਵਾਸਤੇ ਚਾਰਪਾਈ, ਮੰਜਾ, ਪਲੰਗ ਵੀ ਨਹੀਂ। ਅੰਦਰ ਅੰਨ ਵੀ ਨਹੀਂ, ਪ੍ਰਸ਼ਾਦਾ ਵੀ ਨਹੀਂ ਕਿ ਜਿਹੜੇ ਸਿੰਘ ਭੁੱਖਾਂ ਕੱਟ ਕੇ ਆਏ ਨੇ ਉਹ ਕੁਝ ਛਕ ਵੀ ਲੈਣ। ਕੰਧ ਚਿਣੀ ਕਿਸੇ ਆਛੀ ਨਾ ਹੈ। ਕਹਿੰਦੇ ਜਿਹੜੀਆਂ ਕੰਧਾਂ ਨੇ ਉਹ ਚਿਣੀਆਂ ਵੀ ਨਹੀਂ ਹੋਈਆਂ, ਕੋਈ ਬਹੁਤ ਮਜ਼ਬੂਤ ਕੰਧਾਂ ਨਹੀਂ ਕਿ ਮੋਰਚਾ ਬੰਦੀ ਹੋ ਸਕਦੀ ਹੈ। ਉੱਤੇ ਨਾ ਮੋਰਚੇ ਰੱਖੇ ਮਾਹੇ। ਪੱਕੇ ਮੋਰਚਾ ਬੰਦੀ ਨਹੀਂ ਸਨ ਕਰ ਸਕਦੇ ਕਿ ਮੋਰਚਾ ਬੰਦੀ ਕਰਕੇ ਵੈਰੀ ਦਲ ਦਾ ਟਾਕਰਾ ਕਰ ਸਕਣ। ਜਿਨ ਸਿੱਧੇ ਕਰ ਸ਼ਸਤਰ ਚਲਾਏ। ਕੇਵਲ ਤੇ ਕੇਵਲ ਆਮ ਸਿੱਧੇ ਕਰਕੇ ਸ਼ਸਤਰ ਚਲਾ ਸਕਦੇ ਨੇ ਕੰਧ ਦੇ ਉੱਤੇ ਖੜ ਕੇ, ਪਰ ਉਸ ਕੰਧਾਂ ਦੇ ਵਿੱਚੋਂ ਗੁਪਤ ਰੂਪ ਵਿੱਚ ਮੋਰਚਾ ਬੰਦੀ ਕਰਕੇ ਵੈਰੀ ਦਲ ਦੇ ਉੱਤੇ ਸ਼ਸਤਰ ਚਲਾਉਣੇ ਨਾਮੁਮਕਿਨ ਨੇ। ਜਿਸੇ ਊਟ ਕਰ ਸੀਸ ਬਚਾਏ। ਕੋਈ ਇਹੋ ਜਿਹੀਆਂ ਕੰਧਾਂ ਵੀ ਨਹੀਂ ਚਮਕੌਰ ਦੀ ਗੜੀ 'ਚ ਜਿਸ ਕੰਧ ਦਾ ਓਟ ਲੈ ਕਰਕੇ ਵੈਰੀ ਦੇ ਤੀਰਾਂ ਤੋਂ ਬਚਿਆ ਜਾਵੇ। ਇਹ ਅੰਦਰ ਦਾ ਹਾਲ ਹੈ ਕਿ ਜੇ ਵੈਰੀ ਹਮਲਾ ਕਰੇ ਤੇ ਅੰਦਰ ਬਚਣ ਵਾਸਤੇ ਕੋਈ ਉਪਾਅ ਨਹੀਂ। ਨੈ ਲੱਭੇ ਤਿਨ ਪੁੰਨਣ ਕੋ ਦਾਣਾ। ਕਹਿੰਦੇ ਉੱਥੇ ਪ੍ਰਸ਼ਾਦਾ ਤੇ ਬਹੁਤ ਦੂਰ ਦੀ ਗੱਲ ਹੈ, ਦਾਣੇ ਵੀ ਭੁੰਨਣ ਵਾਸਤੇ ਚਮਕੌਰ ਦੀ ਗੜੀ ਦੇ ਅੰਦਰ ਨਸੀਬ ਨਹੀਂ ਹੋਏ। ਜੋ ਲੱਭੇ ਤਾਂ ਕਦ ਮਿਲੇ ਦਾ ਖਾਣਾ। ਪਰ ਕਹਿੰਦੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਜੇ ਦਾਣੇ ਮਿਲ ਵੀ ਜਾਂਦੇ ਨਾ ਭੁੰਨਣ ਵਾਸਤੇ, ਉੱਥੇ ਸਮਾਂ ਹੀ ਨਹੀਂ ਸੀ ਕਿ ਸਿੰਘ ਦਾਣੇ ਭੁੰਨ ਕੇ ਵੀ ਛਕ ਲੈਂਦੇ, ਕਿਉਂਕਿ 10 ਲੱਖ ਦੀ ਫੌਜ ਨੇ ਘੇਰਾ ਪਾਇਆ ਖਾਲਸਾ ਜੀ ਤੇ ਪਿੱਛੋਂ ਵੀ ਭੁੱਖਾਂ ਕੱਟ ਕੇ ਆਏ ਤੇ ਹੁਣ ਫਿਰ ਭੁੱਖਾਂ ਕੱਟ ਕੇ ਫਿਰ ਵੀ ਸਿੱਖੀ ਸਿਦਕ ਨਿਭਾ ਰਹੇ ਨੇ। ਦਾਰੂ ਸਿੱਕੋ ਗਇਓ ਮੁਕਾਈ। ਤੇ ਜਿਹੜਾ ਕੋਈ
ਬਰੂਦ ਸੀ ਜਾਂ ਗੋਲੀਆਂ ਸੀ, ਬੰਦੂਕਾਂ ਸਨ, ਉਹਨਾਂ ਦੇ ਵਿੱਚ ਪੈਣ ਵਾਲਾ ਬਰੂਦ ਤੇ ਗੋਲੀਆਂ ਉਹ ਵੀ ਨਾਮ ਮਾਤਰ ਰਹਿ ਗਈਆਂ, ਮੁੱਕ ਗਈਆਂ। ਰਹਿਓ ਨ ਤੀਰ ਤੂੰ ਨੀਕਰਨ ਮਾਹੀ। ਤੇ ਰਸਤੇ ਵਿੱਚ ਵੀ ਲੜਦੇ ਆਏ, ਅਗਾਂਹ ਗੜੀ ਦੇ ਵਿੱਚ ਆਏ, ਉਦੋਂ ਵੀ ਲੜ ਰਹੇ ਨੇ। ਇਸ ਕਰਕੇ ਪੱਥਿਆਂ ਦੇ ਵਿੱਚੋਂ ਤੀਰ ਵੀ ਮੁੱਕਦੇ ਜਾ ਰਹੇ ਨੇ। ਜ਼ਖਮੀ ਜੋਗ ਕਿਨ ਲੱਭੇ ਨ ਪਾਣੀ। ਕਹਿੰਦੇ ਸਾਰੇ ਸਿੰਘ ਜ਼ਖਮੀ ਨੇ, ਪਰ ਉਹਨਾਂ ਜ਼ਖਮੀਆਂ ਸਿੰਘਾਂ ਨੂੰ ਖਾਲਸਾ ਜੀ ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ। ਇਹੋ ਜਿਹਾ ਹਾਲ ਖਾਲਸੇ ਤੇ ਆਇਆ। ਪਰ ਵੇਖੋ ਸਰੀਰ ਦੇ ਵਿੱਚੋਂ ਲਹੂ ਵਗ ਰਿਹਾ ਬਾਰ-ਬਾਰ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ, ਖਾਲਸਾ ਜੀ ਮੰਗੋ, ਕੀ ਮੰਗਦੇ ਹੋ? ਤੇ ਉਦੋਂ ਵੀ ਸਤਿਗੁਰੂ ਨੂੰ ਕਹਿੰਦੇ, ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਤੇ ਕਿਰਪਾ ਕਰੋ, ਆਪਣੀ ਰਹਿਮਤ ਦੇ ਦਿਓ, ਆਪਣੀ ਬਖਸ਼ਿਸ਼ ਦੇ ਦਿਓ, ਸਿੱਖੀ ਦੇ ਦਿਓ। ਇਹ ਦਾਤ ਉਸ ਵਕਤ ਮੰਗਦੇ ਨੇ। ਜ਼ਖਮੀ ਸਿੰਘ ਨੇ, ਸਰੀਰ ਦੇ ਕੱਲੇ ਅੰਗ ਚੋਂ ਲਹੂ ਵਗ ਰਿਹਾ, ਪਰ ਉਸ ਵਕਤ ਪਾਣੀ ਵੀ ਪੀਣ ਨੂੰ ਨਸੀਬ ਨਹੀਂ ਹੋਇਆ। ਐਸੀ ਔਖੀ ਤਹਾਂ ਬਿਆਨੀ। ਐਸਾ ਔਖਾ ਸਮਾਂ, ਬਿਪਤਾ ਭਰਿਆ ਸਮਾਂ ਉਸ ਵਕਤ ਗੁਰੂ ਕੇ ਸਿੰਘਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਸ਼ਸਤਰ ਚਲਾਵਤ ਬਾਹੇ ਥੱਕ ਗਈ। ਕਹਿੰਦੇ ਸ਼ਸਤਰ ਚਲਾਉਂਦੇ ਬਾਹਾਂ ਥੱਕ ਗਈਆਂ। ਵੇਖੋ ਆਨੰਦਪੁਰ ਸਾਹਿਬ ਤੋਂ ਬਾਹਾਂ ਤਾਹਾਂ ਚੱਕ ਕੇ, ਤੇਗਾਂ ਪਕੜ ਕਰਕੇ ਲੜਦੇ ਆਏ ਨੇ। ਸਰਸਾ ਦਰਿਆ ਪਾਰ ਕੀਤਾ, ਉਦੋਂ ਵੀ ਲੜਦਿਆਂ ਨੇ ਪਾਰ ਕੀਤਾ। ਰੋਪੜ ਹੁੰਦੇ ਹੋਏ, ਨਿਹੰਗ ਖਾਂ ਦੇ ਘਰ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ, ਲੜਦੇ ਪਹੁੰਚੇ। ਚਮਕੌਰ ਦੀ ਗੜੀ ਵਿੱਚ ਆਏ ਤਾਂ ਵੀ ਲੜ ਰਹੇ ਨੇ, ਪਰ ਫਿਰ ਵੀ ਇੱਕ ਸਕਿੰਟ ਦਾ ਵੀ ਖਾਲਸਾ ਜੀ ਸਮਾਂ ਨਹੀਂ ਮਿਲਿਆ ਗੁਰੂ ਕੇ ਸਿੰਘਾਂ ਨੂੰ ਕਿ ਆਪਣੀਆਂ ਬਾਹਾਂ ਨੂੰ ਥੋੜਾ ਆਰਾਮ ਦੇ ਦੇਣ। ਕਹਿੰਦੇ ਸ਼ਸਤਰ ਚਲਾਉਂਦੇ ਸਿੰਘਾਂ ਦੀਆਂ ਬਾਹਾਂ ਵੀ ਥੱਕ ਗਈਆਂ। ਥੱਕੀ ਦੇ ਮਦ ਸ਼ਕਤ ਨ ਰਹੀ। ਕਹਿੰਦੇ ਸਰੀਰ ਵੀ ਉਹਨਾਂ ਸਿੰਘਾਂ ਦੇ ਥਕਾਵਟ ਵਿੱਚ ਨੇ, ਕਿਉਂਕਿ ਸਰੀਰ ਦੇ ਅੰਦਰ ਕਈ ਮਹੀਨਿਆਂ ਤੋਂ ਅੰਨ ਨਹੀਂ ਗਿਆ, ਪ੍ਰਸ਼ਾਦਾ ਨਹੀਂ ਗਿਆ। ਬੰਦਾ 2 ਦਿਨ ਪ੍ਰਸ਼ਾਦਾ ਨਾ ਛਕੇ ਤੇ ਕਿੰਨੀ ਕਮਜ਼ੋਰੀ ਸਰੀਰ ਵਿੱਚ ਆ ਜਾਂਦੀ ਹੈ। ਉੱਥੇ 6-7 ਮਹੀਨਿਆਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਫਿਰ ਲੜ ਵੀ ਰਹੇ ਨੇ, ਸਰੀਰ ਜ਼ਖਮੀ ਵੀ ਹੈ। ਕਹਿੰਦੇ ਉਦੋਂ ਸਰੀਰ ਵਿੱਚ ਥਕਾਵਟ ਵੀ ਇੰਨੀ ਸੀ ਕਿ ਸਰੀਰ ਵਿੱਚ ਬਹੁਤ ਕਮਜ਼ੋਰੀ ਆ ਗਈ। ਪਰ ਕਹਿੰਦੇ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਭਰ ਦਿੱਤਾ ਕਿ ਜ਼ਖਮੀ ਹਾਲਤ ਵਿੱਚ ਹੋਣ ਤੋਂ ਬਾਅਦ ਵੀ ਗੁਰੂ ਕਾ ਖਾਲਸਾ ਹੱਠ ਨਹੀਂ ਛੱਡਦਾ, ਸਿੱਖੀ ਸਿਦਕ ਨਹੀਂ ਛੱਡਦਾ। ਉਦੋਂ ਵੀ ਗੁਰੂ ਕੇ ਸਿੰਘਾਂ ਦੇ ਹੌਸਲੇ ਬੁਲੰਦ ਨੇ। ਪਰ ਜੋਰ ਜਿਤ ਵੱਲ ਤਾਹੇ ਦੌੜਿਓ। ਕਹਿੰਦੇ ਨੇ ਜਿਹਦਾ ਜਿੱਧਰ ਨੂੰ ਜ਼ੋਰ ਚੱਲਦਾ ਹੈ। ਚਮਕੌਰ ਦੀ ਗੜੀ ਦੇ ਅੰਦਰ ਸਾਰੇ ਆਪੋ ਆਪਣੀਆਂ ਦਿਸ਼ਾਵਾਂ ਨੂੰ ਪਕੜ ਕਰਕੇ ਮੋਰਚਾ ਬੰਦੀ ਕਰਨ ਦੀ ਇੱਕ ਸ਼ੁਰੂਆਤ ਕਰਦੇ ਨੇ। ਦੋਹਰਾ ਤੋ ਸਤਿਗੁਰ ਸਿੰਘਨ ਕਿਹੋ ਗਿਓ ਦਾਰੂ ਸਿੱਕੋ ਮੁਕਾਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ, ਖਾਲਸਾ ਜੀ ਬਰੂਦ ਖਤਮ ਹੋ ਚੱਲਿਆ, ਗੋਲੀਆਂ ਖਤਮ ਹੋ ਚੱਲੀਆਂ ਨੇ। ਹੜ ਤੇ ਗੋ ਗਿਰਦੇ ਫਿਰੋ ਹਵੇਲੀ ਕੇ ਧਾਏ। ਇਸ ਕਰਕੇ ਹੁਣ ਮਿਆਨਾਂ ਦੇ ਵਿੱਚੋਂ ਕਿਰਪਾਨਾਂ ਕੱਢੋ, ਤੇਗਾਂ ਕੱਢੋ ਤੇ ਤੇਗਾਂ ਉਤਾਂ ਅਸਮਾਨ ਵੱਲ ਕਰਕੇ ਸਾਰੇ ਚਮਕੌਰ ਦੀ ਗੜੀ ਦੀ ਪਰਿਕਰਮਾ ਕਰੋ। ਚਮਕੌਰ ਦੀ ਗੜੀ ਦੇ ਚਾਰੇ ਤਰਫ ਇੱਕ ਵਾਰ ਟਹਿਲ ਕੇ ਭਾਵ ਮੋਰਚਾ ਬੰਦੀ ਕਰੋ। ਜੋ ਪਈ ਤੋ ਸਿੰਘਨ ਵੈਸੇ ਮਨ ਲਈ। ਤੇ ਵੇਖੋ ਸਿੰਘਾਂ ਦਾ ਵੀ ਗੁਰੂ ਨਾਲ ਕਿਹੋ ਜਿਹਾ ਪਿਆਰ ਕਿ ਇੱਕ ਵਾਰ ਵੀ ਗੁਰੂ ਦੇ ਬਚਨ ਤੇ ਸ਼ੰਕਾ ਨਹੀਂ ਕੀਤਾ ਕਿ ਤੋਪਾਂ ਦੇ ਨਾਲ ਤੇਗਾਂ ਦਾ ਮੁਕਾਬਲਾ ਕਿਵੇਂ ਹੋਵੇਗਾ। ਜੇ ਗੁਰੂ ਨੇ ਕਿਹਾ ਤੀਰਾਂ ਨਾਲ ਤੋਪਾਂ ਦਾ ਮੁਕਾਬਲਾ ਕਰੋ ਤੇ ਤੀਰਾਂ ਨਾਲ ਕੀਤਾ। ਜੇ ਹੁਣ ਕਲਗੀਆਂ ਵਾਲੇ ਨੇ ਕਿਹਾ ਵੀ ਤੇਗਾਂ ਅਸਮਾਨ ਵੱਲ ਲਹਿਰਾ ਕੇ ਚਮਕੌਰ ਦੀ ਗੜੀ ਦੇ ਚਾਰੋਂ ਤਰਫ ਮੋਰਚਾ ਬੰਦੀ ਕਰੋ, ਘੇਰਾ ਬੰਦੀ ਕਰੋ, ਉਦੋਂ ਵੀ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਿਆ ਤੇ ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਸਾਰੇ ਸਿੰਘ ਮਿਆਨਾਂ ਚੋਂ ਤੇਗਾਂ ਕੱਢ ਕੇ ਚਮਕੌਰ ਦੇ ਚਾਰੋਂ ਤਰਫ ਹੋ ਗਏ। ਦੋਏ ਦੋਏ ਨਿਕਸ ਗਿਰਦਾਵਲ ਗਈ। ਦੋ ਸਿੰਘਾਂ ਨੇ ਜੋੜੀਆਂ ਬਣਾ ਲਈਆਂ ਖਾਲਸਾ ਜੀ ਤੇ ਚਮਕੌਰ ਦੇ ਬੂਹੇ ਤੋਂ ਬਾਹਰ ਨੂੰ ਆਉਂਦੇ ਨੇ। ਵੈ ਮਰ ਜਾਏ ਤੋ ਆਵੇ ਔਰ। ਤੇ ਜਦੋਂ ਖਾਲਸਾ ਜੀ ਜੇ 2 ਜੋੜੀਆਂ ਸਿੰਘਾਂ ਦੀਆਂ ਸ਼ਹੀਦ ਵੀ ਹੁੰਦੀਆਂ ਤੇ ਪਿਛਲਿਆਂ ਦੇ ਹੌਸਲੇ ਟੁੱਟਦੇ ਨਹੀਂ। ਕਹਿੰਦੇ ਐਸਾ ਚਾਹ ਹੈ ਮਰਨ ਦਾ ਕਿ ਮੋਹਿ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੈ ਦਵਾਰ। ਕਹਿੰਦੇ ਕਲਗੀਆਂ ਵਾਲੇ ਦੇ ਪ੍ਰਤਾਪੀ ਮੁਖੜੇ ਨੂੰ ਵੇਖ ਕੇ ਉਹਨਾਂ ਦੇ ਅੰਦਰ ਸ਼ਹਾਦਤ ਦਾ ਐਸਾ ਚਾਹ ਹੁੰਦਾ ਕਿ ਜਦੋਂ 2 ਸਿੰਘ ਸ਼ਹੀਦ ਹੁੰਦੇ ਤੇ ਦੋਵਾਂ ਦੀ ਸ਼ਹੀਦੀ ਤੋਂ ਬਾਅਦ ਸਾਰੇ ਸਿੰਘ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਕਿ ਪਹਿਲਾਂ ਮੈਂ ਸ਼ਹੀਦ ਹੋਵਾਂਗਾ,
ਪਹਿਲਾਂ ਮੈਂ ਬਾਹਰ ਜਾ ਕੇ ਵੈਰੀ ਦਲ ਦਾ ਟਾਕਰਾ ਕਰਾਂਗਾ। ਐਸੀ ਭਈ ਉਹਾਂ ਕੁਛ ਤੋਰ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹੋ ਜਿਹਾ ਸਮਾਂ ਆ ਗਿਆ ਕਿ ਹੁਣ ਸਿੰਘਾਂ ਨੂੰ ਪਤਾ ਹੈ ਕਿ ਬਾਹਰ ਜਾ ਕੇ ਮੌਤ ਮਿਲੇਗੀ, ਤੀਰਾਂ ਨੇ ਛਾਤੀ ਵਿੰਨਣੀ ਹੈ। ਪਰ ਖਾਲਸਾ ਜੀ ਉਦੋਂ ਵੀ ਪਰਵਾਹ ਨਾ ਕੀਤੀ, ਅਗਾਂਹ ਹੋ ਕਰਕੇ ਗੁਰੂ ਕੇ ਖਾਲਸੇ ਅਤ ਹੀ ਰਣ ਮੈਂ ਤਬ ਜੂਝ ਮਰੋ, ਰਣ ਤੱਤੇ ਦੇ ਅੰਦਰ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾਉਂਦੇ ਨੇ। ਨਿਕਸ ਨਿਕਸ ਸਿੰਘ ਬਹੁ ਮਰ ਗਏ। ਜੋੜੀਦਾਰ ਸਿੰਘ ਨਿਕਲਦੇ ਰਹੇ, ਵੈਰੀ ਦਲ ਦਾ ਟਾਕਰਾ ਕਰਦੇ ਰਹੇ। ਸਵਾ ਸਵਾ ਲੱਖ ਦਾ ਟਾਕਰਾ ਕਰਕੇ ਗੁਰੂ ਕੇ ਖਾਲਸੇ ਆਪਣੇ ਤਨ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੇ। ਦੋ ਗੁਰ ਲਖੇ ਸਿੰਘ ਥੋੜੇ ਰਹੇ। ਤੇ ਜਦੋਂ ਬਹੁਤਾਤ ਵਿੱਚ ਸਿੰਘ ਸ਼ਹੀਦੀਆਂ ਪਾ ਰਹੇ ਨੇ, ਕਿਉਂਕਿ 40 ਕੇ ਮੁੱਠੀ ਭਰ ਸਿੰਘ ਨੇ ਖਾਲਸਾ ਜੀ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਹੁਣ ਕਾਫੀ ਸ਼ਹੀਦੀਆਂ ਹੋਈਆਂ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ। ਕਹੀਂ ਸਤਿਗੁਰ ਅਬ ਬਾਹਰ ਨਾ ਜਾਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੜੀ ਦਾ ਬੂਹਾ ਬੰਦ ਕਰ ਦਿੱਤਾ। ਫੜ ਤੇ ਗੋ ਟਿਗ ਕੰਦਨ ਖੜਾਵੋ। ਮਹਾਰਾਜ ਨੇ ਕਿਹਾ ਖਾਲਸਾ ਜੀ ਹੁਣ ਤੇਗਾਂ ਹੱਥ ਵਿੱਚ ਪਕੜ ਕਰਕੇ ਕੰਧਾਂ ਦੇ ਉੱਤੇ ਖੜ ਜਾਓ। ਤੋ ਤੁਰਕਨ ਗੱਲ ਲੀਨੀ ਜਾਨ। ਤੇ ਜਦੋਂ ਚਮਕੌਰ ਦੀ ਗੜੀ ਦੇ ਅੰਦਰੋਂ ਸਿੰਘ ਬਾਹਰ ਜਾਣੇ ਬੰਦ ਹੋਏ, ਜਦੋਂ ਤੀਰਾਂ ਦੀਆਂ ਬੁਛਾਰਾਂ ਬੰਦ ਹੋਈਆਂ, ਤੇ ਮੁਗਲ ਹਕੂਮਤ ਨੇ, ਤੁਰਕਾਂ ਨੇ ਵੀ ਇੱਕ ਗੱਲ ਜਾਣ ਲਈ। ਤੇ ਉਹ ਦਾਰੂ ਸਿੱਕੋ ਮੱਧ ਮੁਕਾਨ। ਮੁਗਲ ਹਕੂਮਤ ਨੇ ਸੋਚਿਆ ਕਿ ਸ਼ਾਇਦ ਹੁਣ ਬਰੂਦ ਖਤਮ ਹੋ ਚੁੱਕਿਆ ਹੈ, ਗੋਲੀਆਂ ਮੁੱਕ ਚੁੱਕੀਆਂ, ਤੀਰ ਖਤਮ ਹੋ ਚੁੱਕੇ ਨੇ। ਕਰ ਹੱਲੇ ਵੈ ਸਭ ਹੀ ਧਾਏ। ਤੇ ਉਹਨਾਂ ਨੇ ਮਤਾ ਪਕਾ ਲਿਆ ਕਿ ਇੱਕ ਵਾਰ ਹੱਲਾ ਬੋਲ ਕਰਕੇ ਚਮਕੌਰ ਦੀ ਗੜੀ ਦਾ ਬੂਹਾ ਭੰਨ ਦਿਓ, ਕਿਉਂਕਿ ਅੰਦਰ ਸਿੰਘ ਬਹੁਤ ਥੋੜੇ ਰਹਿ ਗਏ ਨੇ। ਪਰੇ ਚ ਫੇਰੋ ਰੋਲ ਮਚਾਏ। ਕਹਿੰਦੇ ਨੇ ਚਾਰੇ ਤਰਫ ਤੋਂ ਖਾਲਸਾ ਜੀ, ਮੁਗਲ ਸਲਤਨਤ ਦੀ ਫੌਜ, ਪਹਾੜੀ ਰਾਜਿਆਂ ਦੀ ਫੌਜ ਆਪੋ ਆਪਣੇ ਜਰਨੈਲਾਂ ਦੇ ਨਾਲ ਰੋਲਾ ਪਾਉਂਦੀ ਹੋਈ ਚਮਕੌਰ ਦੀ ਗੜੀ ਵੱਲ ਵੱਧ ਕੇ ਆ ਰਹੀ ਹੈ। ਉਹ ਪਿਆਦੋ ਕੋ ਆਇਓ ਅਸਵਾਰ। ਤੇ ਕੋਈ ਪੈਦਲ ਆ ਰਿਹਾ ਖਾਲਸਾ ਜੀ, ਕੋਈ ਘੋੜੇ ਤੇ ਅਸਵਾਰ ਹੋ ਕੇ ਆ ਰਿਹਾ ਹੈ, ਕਿਉਂਕਿ ਚਮਕੌਰ ਦੀ ਗੜੀ ਜ਼ਮੀਨੀ ਤੋਂ ਜ਼ਮੀਨੀ ਪੱਧਰੇ ਤੋਂ ਬਹੁਤ ਉੱਚੀ ਸੀ। ਭਾਵੇਂ ਕਿ ਅੱਜ ਸਾਡੇ ਬਹੁਤ ਸਿਆਣਿਆਂ ਨੇ ਉਸ ਚਮਕੌਰ ਦੀ ਗੜੀ ਦਾ ਨਕਸ਼ਾ ਵਿਗਾੜ ਦਿੱਤਾ, ਢਹਿ ਢੇਰੀ ਕਰ ਦਿੱਤਾ, ਕਿ ਕਿਤੇ ਸਿੱਖ ਆਪਣੇ ਆਉਣ ਵਾਲੇ ਨੌਜਵਾਨ ਬੱਚਿਆਂ ਨੂੰ, ਨਸਲਾਂ ਨੂੰ ਕਿਤੇ ਗੜੀ ਵਿਖਾ ਨਾ ਦੇਣ। ਨਾ ਚਮਕੌਰ ਦੀ ਇਹਨਾਂ ਨੇ ਗੜੀ ਸਾਂਭੀ, ਨਾ ਇਹਨਾਂ ਠੰਡਾ ਬੁਰਜ ਸਾਂਭਿਆ, ਕਿ ਕਿਤੇ ਸਾਡੇ ਨੌਜਵਾਨ ਬੱਚੇ ਸਵਾਲ ਕਰਨ ਕਿ ਚਮਕੌਰ ਦੀ ਗੜੀ ਕਿੱਦਾਂ ਦੀ ਨਜ਼ਰ ਆਉਂਦੀ ਹੈ, ਠੰਡਾ ਬੁਰਜ ਕਿੱਦਾਂ ਦਾ ਨਜ਼ਰ ਆਉਂਦਾ ਹੈ, ਤੇ ਕਿਤੇ ਸਿੱਖ ਆਪਣੇ ਬੱਚਿਆਂ ਨੂੰ ਵਿਖਾ ਨਾ ਸਕਣ। ਇਹ ਇਹਨਾਂ ਦੀਆਂ ਸਿਆਣਪਾਂ ਨੇ। ਪਰ ਵੇਖੋ, ਮਾੜੀ ਜੀ ਜਾਗਣ ਦੀ ਲੋੜ ਹੈ ਕਿ ਆਪਣੇ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਸਾਂਭੀਏ ਜਿੰਨਾ ਹੋ ਸਕਦਾ ਹੈ, ਤਾਂ ਹੀ ਆਪਣੇ ਬੱਚਿਆਂ ਨੂੰ ਵਿਖਾ ਸਕਾਂਗੇ। ਆ ਜਿਨ੍ਹਾਂ ਦੇਸ਼ਾਂ ਵਿੱਚ ਆਪਾਂ ਬੈਠੇ ਆ ਖਾਲਸਾ ਜੀ, ਇੱਥੇ ਕਿੰਨੀਆਂ ਕਿੰਨੀਆਂ ਪੁਰਾਣੀਆਂ ਇਮਾਰਤਾਂ, ਇਹਨਾਂ ਨੇ 5-5 ਹਜ਼ਾਰ ਸਾਲ ਪੁਰਾਣਾ ਹੋਟਲ ਹੈ, ਇਹਨਾਂ ਨੇ ਹੋਟਲ ਵੀ ਸਾਂਭ ਕੇ ਰੱਖਿਆ 5000 ਸਾਲ ਪੁਰਾਣਾ। ਤੇ ਸਾਡੇ ਸਿਆਣਿਆਂ ਨੇ ਨਾ ਚਮਕੌਰ ਦੀ ਗੜੀ ਸਾਂਭੀ ਤੇ ਨਾ ਠੰਡਾ ਬੁਰਜ ਸਾਂਭਿਆ। ਪਰ ਸਤਿਗੁਰੂ ਕਿਰਪਾ ਕਰਨ, ਫਿਰ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਉਡੀ ਧੂੜ ਪਿਓ ਤੁੰਦੂਕਾਰ। ਕਹਿੰਦੇ ਚਮਕੌਰ ਦੀ ਕੱਚੀ ਗੜੀ ਵੱਲ ਜਦੋਂ ਫੌਜਾਂ ਚੜ੍ਹ ਕੇ ਜਾਂਦੀਆਂ, ਕੋਈ ਘੋੜਿਆਂ ਤੇ ਸਵਾਰ ਹੈ, ਕੋਈ ਹਾਥੀਆਂ ਤੇ ਸਵਾਰ ਹੈ, ਕੋਈ ਪੈਦਲ ਭੱਜ ਕੇ ਜਾ ਰਿਹਾ। ਕਹਿੰਦੇ ਸਾਰੇ ਪਾਸੇ ਧੂੜ ਮਚ ਰਹੀ ਹੈ, ਸਾਰੇ ਪਾਸੇ ਮਿੱਟੀ ਉੱਡ ਰਹੀ ਹੈ। ਹੁਣ ਜਦੋਂ 10 ਲੱਖ ਫੌਜ ਨੇ ਘੇਰਾ ਪਾਇਆ ਹੋਵੇ, ਲੱਖਾਂ ਬੰਦੇ ਇੱਕ ਹੀ ਦਿਸ਼ਾ ਵੱਲ ਭੱਜਦੇ ਹੋਣ, ਲੱਖਾਂ ਘੋੜੇ ਭੱਜਦੇ ਹੋਣ, ਲੱਖਾਂ ਹਾਥੀ ਵੱਧ ਕੇ ਜਾ ਰਹੇ ਹੋਣ, ਤਾਂ ਉਸ ਵਕਤ ਸਾਰੇ ਪਾਸੇ ਮਿੱਟੀ ਹੀ ਮਿੱਟੀ ਉੱਡ ਰਹੀ ਹੈ। ਉਨ ਧਰ ਪੌੜੀ ਹੱਥ ਕੰਦੀ ਪਾਏ। ਤੇ ਕਹਿੰਦੇ ਹੁਣ ਜਦੋਂ ਧੂੜ ਉੱਡ ਰਹੀ ਹੈ ਸਾਰੇ ਪਾਸੇ, ਸਰਦੀ ਦਾ ਮੌਸਮ ਹੈ, ਧੁੰਦ ਵੀ ਛਾਈ ਹੋਈ ਹੈ, ਤੇ ਮੁਗਲ ਹਕੂਮਤ ਦੀ ਫੌਜ ਪੌੜੀਆਂ ਚਮਕੌਰ ਦੀ ਗੜੀ ਦੇ ਕੰਧ ਨਾਲ ਲਾ ਕਰਕੇ ਚਮਕੌਰ ਦੀ ਗੜੀ ਦੇ ਅੰਦਰ ਵੜਨ ਦੇ ਯਤਨ ਕਰਦੇ ਨੇ। ਅੱਗੋਂ ਸਿੰਘਨ ਕੱਟ ਹੱਥ ਗਿਰਾਏ। ਤੇ ਜਦੋਂ ਹੱਥਾਂ ਦੇ ਨਾਲ ਪੌੜੀਆਂ ਨੂੰ ਪਕੜ ਕੇ ਉਤਾਂਹ ਨੂੰ ਚੜ੍ਹਦੇ ਆ, ਕਹਿੰਦੇ ਉੱਤੇ ਗੁਰੂ ਕਾ ਖਾਲਸਾ ਤੇਗਾਂ ਪਕੜ ਕੇ ਬੈਠਾ ਹੋਇਆ ਹੱਥਾਂ ਦੇ ਵਿੱਚ, ਜਦੋਂ ਹੱਥ ਚਮਕੌਰ ਦੀ ਗੜੀ ਦੀ ਕੰਧ ਨੂੰ ਲਾਉਂਦੇ, ਖਾਲਸਾ ਹੱਥ ਵੱਢ ਵੱਢ ਕੇ, ਗੁੱਟ ਵੱਢ ਵੱਢ ਕੇ ਪਕੜਾਈ ਜਾਂਦਾ ਤੇ ਜ਼ਮੀਨ ਤੇ ਪਟਕਾਈ ਜਾਂਦਾ ਹੈ। ਦੋਹਰਾ ਚਫੇਰਿਓ ਚੜ ਹੱਥ ਕਤੰ
ਤਿਮ ਤਿਮ ਸਿੰਘ ਕਟਾਹੇ। ਕਹਿੰਦੇ ਨੇ ਚਾਰੇ ਤਰਫ ਤੋਂ ਮੁਗਲ ਹਕੂਮਤ ਦੀ ਫੌਜ ਆਪਣੇ ਹੱਥਾਂ ਨੂੰ ਆਸਰਾ ਬਣਾ ਕਰਕੇ ਚਮਕੌਰ ਦੀ ਕੰਧਾਂ ਨੂੰ ਪਕੜਦੀ ਹੈ, ਗੜੀ ਦੀ ਕੰਧਾਂ ਨੂੰ ਪਕੜ ਕਰਕੇ ਅੰਦਰ ਆਉਣਾ ਚਾਹੁੰਦੀ ਹੈ, ਪਰ ਗੁਰੂ ਕੇ ਖਾਲਸੇ ਨਾਲ ਦੀ ਨਾਲ ਹੱਥ ਵੱਢ ਕੇ ਜ਼ਮੀਨਾਂ ਤੇ ਧਰਤੀ ਤੇ ਪਟਕਾਈ ਜਾਂਦੇ ਨੇ। ਉਨ ਕੋ ਦਾਵ ਸੋ ਨਹਿ ਲਗਿਓ, ਗਿਰ ਗਿਰ ਭੂਮੇ ਪਾਏ। ਤੇ ਜਦੋਂ ਗੁਰੂ ਕੇ ਖਾਲਸੇ ਇਸ ਤਰ੍ਹਾਂ ਸੋਧਾ ਲਾ ਲਾ ਕੇ ਧਰਤੀ ਤੇ ਸੱਟਦੇ, ਕਹਿੰਦੇ ਮੁਗਲ ਹਕੂਮਤ ਦਾ ਇਹ ਦਾਅ ਵੀ ਨਹੀਂ ਚੱਲਿਆ, ਇਹ ਨੀਤੀ ਵੀ ਨਹੀਂ ਚੱਲੀ ਕਿ ਚਮਕੌਰ ਦੀ ਗੜੀ ਦੇ ਅੰਦਰ ਪ੍ਰਵੇਸ਼ ਕਰ ਜਾਣ। ਚੌਪਈ ਇੱਕ ਇੱਕ ਦੋਏ ਦੋਏ ਹੁਤੀ ਸੀ ਗੋਲੀ। ਕਹਿੰਦੇ ਨੇ ਜਿਹੜੀਆਂ ਇੱਕ ਅੱਧੀਆਂ ਗੋਲੀਆਂ ਬਰੂਦ ਬਚ ਗਿਆ ਸੀ ਗੁਰੂ ਕੇ ਖਾਲਸੇ ਦੇ ਕੋਲ। ਪਾਸ ਟੁਕੇ ਤਬ ਉਨ ਪਰ ਠੋਲੀ। ਤੇ ਜਦੋਂ ਮੁਗਲ ਹਕੂਮਤ ਦੀ ਫੌਜ ਚੜ ਕੇ ਆ ਰਹੀ ਸੀ, ਕਹਿੰਦੇ ਜਿਹੜਾ ਮਾੜਾ ਮੋਟਾ ਬਰੂਦ, ਜਿਹੜੀਆਂ ਥੋੜੀਆਂ ਗੋਲੀਆਂ ਬਚੀਆਂ ਸੀ, ਉਹ ਗੁਰੂ ਕਾ ਖਾਲਸਾ ਉਸ ਫੌਜ ਤੇ ਚਲਾ ਕਰਕੇ ਉਸ ਬਰੂਦ ਦੀ ਵਰਤੋਂ ਕਰਕੇ ਮੁਗਲ ਹਕੂਮਤ ਦੀ ਫੌਜ ਦਾ ਸੋਧਾ ਲਾ ਰਿਹਾ ਹੈ। ਇੱਕ ਇੱਕ ਦੋਏ ਦੋਏ ਤਿੰਨ ਦਏ ਘੇਰ। ਕਹਿੰਦੇ ਇੱਕ ਇੱਕ ਕਰਕੇ ਦੋ ਦੋ ਕਰਕੇ ਗੁਰੂ ਕੇ ਖਾਲਸੇ ਨੇ ਲੱਖਾਂ ਦੀ ਫੌਜ ਦਾ ਟਾਕਰਾ ਕੀਤਾ। ਭਏ ਤੁਰਕ ਕੇ ਤੈ ਬਹੁ ਢੇਰ। ਕਹਿੰਦੇ ਨੇ ਤੁਰਕਾਂ ਦੀ ਫੌਜ ਢੇਰੀ ਲਾ ਦਿੱਤੀ ਗੁਰੂ ਕੇ ਖਾਲਸੇ ਨੇ। ਇੱਕ ਪਾਸੇ 40 ਸਨ, ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਸੀ, ਪਰ ਉਹਨਾਂ 40 ਮੁੱਠੀ ਭਰ ਸਿੰਘਾਂ ਨੇ ਉਸ ਚੜ ਕੇ ਆਈ ਹੋਈ ਜ਼ੁਲਮੀ ਫੌਜ ਦੇ ਢੇਰ ਲਾ ਕਰਕੇ ਚਮਕੌਰ ਦੀ ਗੜੀ ਦੀ ਧਰਤੀ ਖਾਲਸਾ ਜੀ ਉਹਨਾਂ ਦੇ ਲਾਸ਼ਾਂ ਦੇ ਨਾਲ ਭਰ ਦਿੱਤੀ। ਐਸੋ ਰੋ ਰੋ ਜਬ ਉਹਾਂ ਪਿਓ। ਕਹਿੰਦੇ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਚਮਕੌਰ ਦੀ ਧਰਤੀ ਦੇ ਅੰਦਰ ਵਰਤ ਗਿਆ, ਸਾਹਿਬ ਜੁਝਾਰ ਸਿੰਘ ਮਨ ਮੈਂ ਠਿਓ। ਤਾਂ ਖਾਲਸਾ ਜੀ ਇੱਥੇ ਭਾਵੇਂ ਲਖਾਰੀਆਂ ਦੀ ਛਾਪਣ ਵਾਲਿਆਂ ਦੀ ਗਲਤੀ ਦੇ ਨਾਲ ਜੁਝਾਰ ਸਿੰਘ ਲਿਖਿਆ ਗਿਆ, ਪਰ ਅਸਲ ਦੇ ਵਿੱਚ ਇਤਿਹਾਸ ਦੇ ਵਿੱਚ ਧੰਨ ਬਾਬਾ ਅਜੀਤ ਸਿੰਘ ਜੀ ਦਾ ਨਾਮ ਆਉਂਦਾ ਹੈ ਕਿ ਜਦੋਂ ਇਸ ਤਰ੍ਹਾਂ ਸਿੰਘਾਂ ਦੀਆਂ ਸ਼ਹਾਦਤਾਂ ਹੋ ਰਹੀਆਂ, ਸਿੰਘ ਵੈਰੀ ਦਲ ਦਾ ਟਾਕਰਾ ਕਰ ਰਹੇ ਆ, ਉਸ ਵਕਤ ਧੰਨ ਬਾਬਾ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮਨ ਵਿੱਚ ਫੈਸਲਾ ਲਿਆ। ਅਬ ਜੀਵਨ ਕੋ ਕੁਛ ਧਰਮ ਨਾਹੀ। ਹੁਣ ਉਹਨਾਂ ਨੇ ਇਹ ਫੈਸਲਾ ਲਿਆ ਕਿ ਜੇ ਧਰਮ ਵਾਸਤੇ, ਗੁਰੂ ਕੇ ਪੰਥ ਵਾਸਤੇ ਆਪਣਾ ਜੀਵਨ ਵੀ ਕੁਰਬਾਨ ਕਰਨਾ ਪੈ ਜਾਵੇ, ਤਨ ਕੁਰਬਾਨ ਕਰਨਾ ਪੈ ਜਾਵੇ, ਤੇ ਪਿੱਛੇ ਨਹੀਂ ਹਟਣਾ ਚਾਹੀਦਾ। ਪੁੱਤਰ ਜੀਵੇ ਲੜ ਪਿਤਾ ਮਰਾਹੀ। ਜੇ ਪੁੱਤਰ ਜਿਉਂਦਾ ਹੋਵੇ ਤੇ ਪੁੱਤਰ ਦੇ ਸਾਹਮਣੇ ਕੋਈ ਪਿਓ ਤੇ ਹਮਲਾ ਕਰਦਾ ਹੋਵੇ ਤੇ ਬਹੁਤੀ ਸਿਆਣਪ ਨਹੀਂ ਹੁੰਦੀ। ਧੰਨ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੂਝਣ ਦਾ ਫੈਸਲਾ ਲੈਂਦੇ ਨੇ। ਅਬ ਮੰਨੋ ਮੁਇਓ ਪਿਤ ਅਰਜਨ ਜੀਵਤ। ਤੇ ਉਹਨਾਂ ਨੇ ਇਹ ਫੈਸਲਾ ਲਿਆ ਜਿਸ ਤਰ੍ਹਾਂ ਕਹਿੰਦੇ ਮਹਾਭਾਰਤ ਦੇ ਅੰਦਰ ਖਾਲਸਾ ਜੀ ਅਰਜਨ ਦੇ ਪੁੱਤਰ ਅਭਿਮਨਿਊ ਨੇ ਫੈਸਲਾ ਲਿਆ। ਜਦੋਂ ਉਹਦੇ ਤੇ ਚੜ ਕੇ ਆਏ ਤੇ ਅਭਿਮਨਿਊ ਜੰਗ ਦੇ ਮੈਦਾਨ ਦੇ ਅੰਦਰ ਖਾਲਸਾ ਜੀ ਜੂਝਣ ਵਾਸਤੇ ਗਿਆ। ਮੇਘਨਾਦ ਮੁਇਓ ਰਾਵਣ ਬੀਥੀਵਤ। ਜਿਸ ਤਰ੍ਹਾਂ ਮੇਘਨਾਦ ਉਹ ਰਾਵਣ ਦਾ ਪੁੱਤਰ, ਉਹ ਵੀ ਆਪਣੇ ਪਿਤਾ ਦੀ ਪਤ ਨੂੰ ਵੇਖ ਕਰਕੇ ਹੀ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਗਿਆ। ਰੀਤ ਯਹੀ ਸ਼ਤਰਨ ਕੀ ਕਹੇ। ਸੋ ਇਹ ਛਤਰੀਆਂ ਦੀ ਸ਼ਸਤਰ ਧਾਰੀਆਂ ਦੀ ਰੀਤੀ ਹੈ ਕਿ ਲੁਕ ਕੇ ਨਹੀਂ ਬਹਿੰਦੇ, ਬਲਕਿ ਜੰਗ ਦੇ ਮੈਦਾਨ ਵਿੱਚ ਹੋ ਕਰਕੇ ਆਪਣੀ ਛਾਤੀ ਢਾਹ ਕਰਕੇ ਸ਼ਹਾਦਤਾਂ ਪਾਉਂਦੇ ਨੇ। ਪ੍ਰਾਣ ਪਿਤਾ ਹਮ ਮੋਹਰੇ ਦਹੇ। ਧੰਨ ਬਾਬਾ ਅਜੀਤ ਸਿੰਘ ਜੀ ਨੇ ਇਹ ਫੈਸਲਾ ਲੈ ਲਿਆ ਕਿ ਹੁਣ ਆਪਣੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪ੍ਰਤਾਪੀ ਮੁਖੜੇ ਦੇ ਸਾਹਮਣੇ ਜਾ ਕਰਕੇ ਆਪਣੀ ਛਾਤੀ ਦੇ ਵਿੱਚ ਵੈਰੀ ਦੇ ਤੀਰ ਖਾਵਾਂਗੇ। ਫੜਤੇ ਗੋ ਹੋਏ ਬਾਹਰ ਧਾਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਲਈ ਕਲਗੀਧਰ ਪਾਤਸ਼ਾਹ ਦੇ ਹੁਕਮਾਂ ਦੇ ਨਾਲ ਹੱਥਾਂ ਦੇ ਵਿੱਚ ਤੇਗ ਪਕੜ ਕਰਕੇ ਖਾਲਸਾ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਤੋਂ ਬਾਹਰ ਜਾਣ ਦਾ ਫੈਸਲਾ ਲੈਂਦੇ ਨੇ। ਅੱਗੇ ਅੜਿਓ ਸੋ ਮਾਰ ਗਿਰਾਇਓ। ਧੰਨ ਬਾਬਾ ਅਜੀਤ ਸਿੰਘ ਜੀ ਘੋੜੇ ਤੇ ਸਵਾਰ ਹੋ ਕਰਕੇ ਇੰਨੀ ਤੇਜ਼ੀ ਦੇ ਨਾਲ ਚਮਕੌਰ ਦੀ ਗੜੀ ਤੋਂ ਬਾਹਰ ਨੂੰ ਗਏ ਕਿ ਜਦੋਂ ਮੁਗਲ ਹਕੂਮਤ ਦੀ ਫੌਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਟਾਕਰਾ ਕੀਤਾ ਜਿਵੇਂ ਕਹਿੰਦੇ ਬਿਜਲੀ ਗੜਕਦੀ ਹੋਵੇ,
ਬਿਜਲੀ ਨੂੰ ਕੋਈ ਰੋਕ ਨਹੀਂ ਸਕਦਾ। ਧੰਨ ਬਾਬਾ ਅਜੀਤ ਸਿੰਘ ਦੇ ਸਾਹਮਣੇ ਜਿਹੜਾ ਵੀ ਜਰਨੈਲ ਆਇਆ, ਸਾਹਿਬਜ਼ਾਦਾ ਬਾਬੇ ਅਜੀਤ ਸਿੰਘ ਦੀ ਤੇਗ ਨੇ ਕੱਲੇ ਕੱਲੇ ਦਾ ਸੋਧਾ ਲਾ ਕਰਕੇ ਧਰਤੀ ਤੇ ਪਟਕਾ ਦਿੱਤਾ। ਉਸ ਪਾਸੇ ਹੋਏ ਗਿਓ ਉਜਾੜਾ, ਕਹਿੰਦੇ ਨੇ ਵੈਰੀ ਦਲ ਵੱਲ ਉਜਾੜਾ ਹੋ ਗਿਆ। ਬਾਬਾ ਅਜੀਤ ਸਿੰਘ ਦੀ ਤੇਗ ਨੇ ਐਸਾ ਸੋਧਾ ਲਾਇਆ ਵੈਰੀਆਂ ਦਾ, ਮੁਗਲ ਹਕੂਮਤ ਦੀ ਫੌਜ ਦਾ, ਕਿ ਉਸ ਪਾਸੇ ਤੁਰਕਾਂ ਵੱਲ, ਮੁਗਲ ਹਕੂਮਤ ਵੱਲ ਉਜਾੜਾ ਹੀ ਛਾ ਗਿਆ। ਹੁਣ ਜਾਣਿਓ ਦਲ ਆਏ ਪਿਓ ਸਾਰਾ, ਕਹਿੰਦੇ ਭਾਵੇਂ ਬਾਬਾ ਜੀ ਆਪਣੇ ਕੁਝ ਕੇ ਸਿੰਘਾਂ ਦੇ ਜਥੇ ਨਾਲ ਬਾਹਰ ਆਏ ਸੀ, ਪਰ ਕਹਿੰਦੇ ਮੁਗਲ ਹਕੂਮਤ ਦਾ ਜਦੋਂ ਇੰਨਾ ਭਾਰੀ ਨੁਕਸਾਨ ਕਰ ਦਿੱਤਾ, ਮੁਗਲ ਹਕੂਮਤ ਦੇ ਜਰਨੈਲ ਸੂਬੇ ਸਰਹੰਦ ਵਜ਼ੀਰ ਖਾਂ ਸੋਚਣ ਲੱਗਾ ਕਿ ਨੁਕਸਾਨ ਇਸ ਤਰ੍ਹਾਂ ਹੋਇਆ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸੇ ਪੰਥ ਨੇ ਸਾਰੇ ਦਲ ਨੇ ਧਾਵਾ ਬੋਲ ਦਿੱਤਾ ਹੋਵੇ। ਕੱਲੇ ਬਾਬਾ ਅਜੀਤ ਸਿੰਘ ਨੇ ਇੰਨਾ ਨੁਕਸਾਨ ਕਰ ਦਿੱਤਾ ਤੇ ਵੈਰੀਆਂ ਨੂੰ ਲੱਗਾ ਸ਼ਾਇਦ ਸਾਰਾ ਦਲ ਹੀ ਚੜ ਕੇ ਆ ਚੁੱਕਿਆ ਹੈ। ਦੋਹਰਾ ਗਰਦ ਗੁਬਾਰੇ ਮਦ ਤੈ ਪਰ ਕੋ ਨ ਸੁਝੈ ਨ ਆਪ। ਕਹਿੰਦੇ ਧੰਨ ਬਾਬਾ ਅਜੀਤ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਆਪਣੀ ਤੇਗ ਦੇ ਨਾਲ ਜਦੋਂ ਵੈਰੀਆਂ ਨੂੰ ਪਟਕਾਈ ਜਾ ਰਹੇ, ਸੋਧਾ ਲਾਈ ਜਾ ਰਹੇ ਨੇ, ਕਹਿੰਦੇ ਨੇ ਕੁਝ ਸਿੰਘ ਸੱਜੀ ਦਿਸ਼ਾ ਵੱਲ, ਕੁਝ ਕੇ ਸਿੰਘ ਖੱਬੀ ਦਿਸ਼ਾ ਵੱਲ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਿੱਧੀ ਦਿਸ਼ਾ ਵੱਲ ਚੀਰਦੇ ਜਾ ਰਹੇ। ਕਹਿੰਦੇ ਐਸਾ ਰੋਲਾ ਗੋਲਾ ਮਚ ਗਿਆ ਕਿ ਮੁਗਲ ਹਕੂਮਤ ਦੀ ਫੌਜ ਬਾਬਰੀ ਹੋ ਗਈ ਤੇ ਆਪਸ ਵਿੱਚ ਹੀ ਸਿਪਾਹੀ ਇੱਕ ਦੂਜੇ ਨੂੰ ਵੱਢਣ ਲੱਗ ਪਏ। ਰੋਲੋ ਗੋਲੋ ਬਹੁ ਨ ਉਹਾਂ ਪਿਓ ਆਪਸ ਮਦ ਖਾਪ। ਕਹਿੰਦੇ ਬਾਬਾ ਅਜੀਤ ਸਿੰਘ ਜੀ ਦੇ ਤੀਰਾਂ ਦੇ ਤੇਗ ਦੇ ਡਰ ਤੋਂ ਐਸਾ ਰੋਲਾ ਮਚ ਗਿਆ ਕਿ ਉਹ ਡਰ ਦੇ ਵਿੱਚ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਵੱਢਣ ਲੱਗ ਪਏ। ਕਈ ਸੋ ਤੁਰਕਨ ਮਾਰਤੈ ਸ੍ਰੀ ਜੁਝਾਰ ਸਿੰਘ ਸ਼ਹੀਦੀ ਲੀਨ। ਮੁਗਲ ਹਕੂਮਤ ਦਾ ਖਾਲਸਾ ਜੀ ਨਾਸ ਕਰਕੇ, ਮਲੀਆ ਮੇਟ ਕਰਕੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਸ਼ਹਾਦਤ ਪਾਈ। ਇਤਿਹਾਸ ਵਿੱਚ ਇੱਥੋਂ ਤੱਕ ਮਿਲਦਾ ਹੈ ਕਿ ਧੰਨ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਵਿੱਚ 300 ਤੋਂ ਵੱਧ ਫੱਟ ਲੱਗੇ ਹੋਏ ਸੀ ਜਿਸ ਵਕਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਪਾਈ ਹੈ। ਤੇ ਆਪ ਸਭ ਭਲੀ ਭਾਂਤ ਜਾਣਦੇ ਹੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵਕਤ ਤੋਰਿਆ ਸੀ ਤੇ ਬਚਨ ਕੀਤੇ ਸੀ, ਜਦੋਂ ਤੇਰੀ ਛਾਤੀ ਵਿੱਚ ਤੀਰ ਵੱਜਣ ਤੇ ਇੱਕ ਵਾਰ ਮੇਰੇ ਮੁਖੜੇ ਵੱਲ ਵੇਖੀ। ਖਾਲਸਾ ਜੀ ਜਦੋਂ ਗੁਰੂ ਕੇ ਸਿੰਘ ਚਮਕੌਰ ਦੀ ਗੜੀ ਤੋਂ ਬਾਹਰ ਜਾ ਕੇ ਸ਼ਹੀਦੀਆਂ ਪਾਉਂਦੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਉਹ ਚਮਕੌਰ ਦੀ ਗੜੀ ਤੋਂ ਬੋਲੇ ਸੋ ਨਿਹਾਲ ਦਾ ਜਕਾਰਾ ਲਾਉਂਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸ੍ਰੀ ਅਕਾਲ ਦਾ ਨਾਰਾ ਬੁਲੰਦ ਕਰਦੇ। ਜਦੋਂ ਸਿੰਘ ਸ਼ਹੀਦੀਆਂ ਪਾਉਂਦੇ ਸੀ, ਭਾਈ ਦਇਆ ਸਿੰਘ ਜੀ ਜਕਾਰਾ ਲਾਉਂਦੇ ਸੀ, ਕਲਗੀਆਂ ਵਾਲੇ ਜਵਾਬ ਦਿੰਦੇ ਸੀ। ਹੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਛਾਤੀ ਤੀਰਾਂ ਨਾਲ ਵਿੰਨੀ ਗਈ। ਆਪਣੇ ਸਾਹਿਬ ਦੇ ਮੁਖੜੇ ਵੱਲ ਵੇਖਿਆ, ਭਾਈ ਦਇਆ ਸਿੰਘ ਜੀ ਭੁੱਬਾਂ ਮਾਰ ਕੇ ਵਿਰਾਗ ਵਿੱਚ ਆ ਗਏ। ਜਕਾਰਾ ਨਹੀਂ ਗਜਾ ਹੋਇਆ, ਆਵਾਜ਼ ਰੁਕ ਗਈ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਵੱਲ ਵੇਖਦੇ ਹੋਏ ਗਰਜਵੀਂ ਆਵਾਜ਼ ਦੇ ਵਿੱਚ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਇਆ ਤੇ ਗੁਰੂ ਕੇ ਸਿੰਘਾਂ ਨੇ ਬੜੀ ਵਿਰਾਗਮਈ ਆਵਾਜ਼ ਦੇ ਵਿੱਚ ਸਤਿ ਸ੍ਰੀ ਅਕਾਲ ਦਾ ਨਾਰਾ ਬੁਲੰਦ ਕੀਤਾ। ਇਹ ਕੇਵਲ ਤੇ ਕੇਵਲ ਐਸਾ ਕੋਤਕ, ਐਸਾ ਚੋਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਵਰਤਾ ਸਕਦੇ ਕਿ ਜਦੋਂ ਸਿੰਘ ਸ਼ਹੀਦੀਆਂ ਪਾਉਣ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਕਾਰੇ ਦਾ ਜਵਾਬ ਦਿੰਦੇ, ਸਿੰਘ ਜਕਾਰਾ ਲਾਉਂਦੇ। ਅੱਜ ਗੁਰੂ ਕੇ ਲਖਤੇ ਜਿਗਰ ਨੇ ਸ਼ਹੀਦੀ ਪਾਈ ਤੇ ਖਾਲਸਾ ਜੀ ਜਕਾਰਾ ਵੀ ਸਤਿਗੁਰੂ ਨੇ ਆਪ ਹੀ ਗਜਾਇਆ। ਤਿਮ ਮਗਰ ਜੋਰਾਵਰ ਸਿੰਘ ਜੀ ਪਰਿਓ ਸ਼ੇਰ ਜਿਮ ਚੀਨ। ਧੰਨ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਵੀ ਖਾਲਸਾ ਜੀ ਰਣ ਤੱਤੇ ਦੇ ਅੰਦਰ ਜਾ ਕਰਕੇ ਜੂਝਣ ਦਾ ਫੈਸਲਾ ਲਿਆ, ਪਰ ਭਾਈ ਦਇਆ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਵੇਲੇ ਵੀ ਮਨਾ ਕੀਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੇਲੇ ਵੀ ਇਹ ਵਿਚਾਰ ਰੱਖੀ ਕਿ ਰੋਕ ਲਿਆ ਜਾਵੇ, ਕਿਉਂਕਿ ਅੰਸ਼-ਬੰਸ਼ ਕਿੱਦਾਂ ਚੱਲੇਗੀ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ, ਦਇਆ ਸਿੰਘ ਜੀ ਇਹ 4 ਤੋਂ ਉਦਣ ਹੀ ਲੱਖਾਂ ਦੀ ਗਿਣਤੀ ਵਿੱਚ ਹੋ ਗਏ ਸਨ ਜਿੱਦਣ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਸੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਇਹ ਨਾ ਸਮਝੋ ਕਿ ਜੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਹ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦੀ ਪਾ ਜਾਣਗੇ ਤੇ ਖਾਲਸਾ ਪੰਥ ਦੀ ਆਵਾਜ਼ ਖਤਮ ਹੋ ਜਾਵੇਗੀ। ਚੇਤੇ ਰੱਖਿਓ, ਜਦੋਂ ਸਾਹਿਬਜ਼ਾਦਿਆਂ ਦੇ ਸਰੀਰ ਦਾ ਲਹੂ
ਚਮਕੌਰ ਦੀ ਧਰਤੀ ਤੇ ਡੁੱਲੇਗਾ। ਇਹ ਖੂਨ ਸਾਹਿਬਜ਼ਾਦਿਆਂ ਦਾ ਹਵਾ ਬਣ ਕੇ ਸਾਰੇ ਵਿਸ਼ਵ ਵਿੱਚ ਫੈਲੇਗਾ ਤੇ ਜਿੰਨੂੰ ਵੀ ਮੇਰੇ ਸਾਹਿਬਜ਼ਾਦਿਆਂ ਦੇ ਖੂਨ ਦੀ ਹਵਾ ਛੂਹ ਜਾਵੇਗੀ ਉਹ ਹੱਥ ਵਿੱਚ ਤੇਗਾਂ ਪਕੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾ ਸੱਜ ਜਾਵੇਗਾ। ਪਰ ਖਾਲਸੇ ਪੰਥ ਦੀ ਆਵਾਜ਼ ਕਦੇ ਮੁੱਕੇਗੀ ਨਹੀਂ, ਖਤਮ ਨਹੀਂ ਹੋਵੇਗੀ। ਤੇ ਖਾਲਸਾ ਜੀ ਧੰਨ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਹੁਣ ਧੰਨ ਬਾਬਾ ਜੁਝਾਰ ਸਿੰਘ ਜੀ ਉਹ ਰਣ ਤੱਤੇ ਦੇ ਅੰਦਰ ਜੂਝਣ ਵਾਸਤੇ ਤਿਆਰ ਹੋਏ। ਜੋ ਪਈ ਦੇਖ ਭਾਈ ਦੁੱਖ ਸਿਹੋ ਨਾ ਗਿਓ। ਆਪਣੇ ਵੱਡੇ ਭਰਾਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਪਾਉਂਦਿਆਂ ਵੇਖ ਵਿਰਾਗ ਵਿੱਚ ਆਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਜਾ ਕੇ ਬਚਨ ਕੀਤਾ ਕਿ ਰਣ ਤੱਤੇ ਦੇ ਅੰਦਰ ਜੂਝਣ ਦੀ ਹੁਣ ਇਜਾਜ਼ਤ ਦਿਓ। ਫੜ ਕੰਡੇ ਸੋ ਮਗਰੇ ਧਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੇ ਨਾਲ ਹੱਥ ਵਿੱਚ ਖੰਡਾ ਪਕੜ ਕਰਕੇ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਚਮਕੌਰ ਦੀ ਗੜੀ ਤੋਂ ਬਾਹਰ ਨੂੰ ਨਿਕਲੇ। ਜਾਏ ਭਾਈ ਜਿਮ ਸ਼ਸਤਰਨ ਕਰੈ। ਜਿਸ ਤਰ੍ਹਾਂ ਧੰਨ ਬਾਬਾ ਅਜੀਤ ਸਿੰਘ ਦਾ ਘੋੜਾ ਬਿਜਲੀ ਦੀ ਵਾਂਗ ਲਿਸ਼ਕਦਾ ਵੈਰੀਆਂ ਨੂੰ ਚੀਰਦਾ ਗਿਆ, ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਇਸੇ ਤਰ੍ਹਾਂ ਵੈਰੀ ਦਲ ਦਾ ਸੋਧਾ ਲਾਉਂਦੇ ਹੋਏ ਖਾਲਸਾ ਜੀ ਦੁਸ਼ਮਣਾਂ ਨੂੰ ਵੱਢਦੇ ਟੁਕਦੇ ਵੈਰੀ ਦਲ ਦੇ ਨਾਲ ਜੂਝਦੇ ਹੋਏ ਚਮਕੌਰ ਦੇ ਮੈਦਾਨ ਦੇ ਅੰਦਰ ਆਪਣੇ ਤੇਗ ਦੇ ਜੌਹਰ ਵਿਖਾ ਰਹੇ ਨੇ। ਮਾਰੇ ਉਸੇ ਜੋ ਆਗੇ ਅਰੇ। ਜਿਹੜਾ ਵੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਆਇਆ, ਸਾਹਿਬਜ਼ਾਦੇ ਦੀ ਤੇਗ ਨੇ ਉਹਦੇ ਖਾਲਸਾ ਜੀ ਸਰੀਰ ਦੇ 2 ਟੁਕੜੇ ਕਰ ਦਿੱਤੇ। ਕਿਸੇ ਢਾਲ ਕਿਛ ਭਗਉਤੀ ਛੂਹੀ। ਕਿਸੇ ਦੇ ਮੱਥੇ ਦੇ ਉੱਤੇ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਢਾਲ ਮਾਰੀ ਤੇ ਕਿਸੇ ਦੇ ਤੇਗ ਦੇ ਨਾਲ ਕਿਸੇ ਦੀ ਛਾਤੀ ਦੇ ਵਿੱਚ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਤੇਗ ਦੇ ਨਾਲ ਵਾਰ ਕੀਤਾ। ਜਿਸੇ ਛੂਹੀ ਉਸੇ ਕੱਟ ਕਰ ਗਈ। ਤੇ ਜਿੰਨੂੰ ਵੀ ਧੰਨ ਬਾਬਾ ਜੁਝਾਰ ਸਿੰਘ ਦੀ ਤੇਗ ਛੂਹੀ ਹੈ, ਜਿਹਦੇ ਤਨ ਨੂੰ ਜਾ ਕੇ ਬਾਬਾ ਜੁਝਾਰ ਸਿੰਘ ਦੀ ਭਗੋਤੀ ਲੱਗੀ ਹੈ, ਕਹਿੰਦੇ ਉਹਦੇ ਸਰੀਰ ਦੇ 2 ਹਿੱਸੇ ਕਰ ਦਿੱਤੇ। ਸਨਮੁਖ ਉਨ ਕੇ ਅੜਿਓ ਨ ਕੋਏ। ਧੰਨ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਵੱਡੇ ਤੋਂ ਵੱਡਾ ਜਰਨੈਲ ਅੜ ਨਹੀਂ ਰਿਹਾ। ਧੰਨ ਬਾਬਾ ਜੁਝਾਰ ਸਿੰਘ ਤੇਗ ਦੇ ਜੋਹਰ ਵਿਖਾਉਂਦੇ ਹਰ ਇੱਕ ਦਾ ਸੋਧਾ ਲਾਈ ਜਾਂਦੇ ਨੇ। ਮਾਰ ਗਰਾਏ ਬੰਦੂਕਨ ਸੋਏ। ਕਹਿੰਦੇ ਨੇ ਜਿਹੜੇ ਬੰਦੂਕਾਂ ਫੜ ਕੇ ਵੀ ਬਾਬਾ ਜੁਝਾਰ ਸਿੰਘ ਦੇ ਸਾਹਮਣੇ ਆਏ, ਬਾਬਾ ਜੁਝਾਰ ਸਿੰਘ ਉਹਨਾਂ ਦੀਆਂ ਬੰਦੂਕਾਂ ਦੇ ਸਾਹਮਣੇ ਵੀ ਕਿਤੇ ਰੁਕਦੇ ਨਹੀਂ। ਉਹਨਾਂ ਨੇ ਬੰਦੂਕਾਂ ਪਕੜੀਆਂ, ਸਾਹਿਬਜ਼ਾਦੇ ਨੇ ਗੁਰੂ ਦਾ ਥਾਪੜਾ ਲੈ ਕੇ ਤੇਗ ਪਕੜੀ ਹੈ ਤੇ ਗੁਰੂ ਦੇ ਥਾਪੜੇ ਦੇ ਨਾਲ ਸਾਹਿਬਜ਼ਾਦੇ ਦੀ ਤੇਗ ਲੱਖਾਂ ਦੀ ਬੰਦੂਕਾਂ ਦਾ ਮੁਕਾਬਲਾ ਕਰਦੀ ਹੈ। ਐਸੀ ਭਾਂਤ ਤਹ ਦੇਵੋ ਭਾਈ। ਖਾਲਸਾ ਜੀ ਇਸ ਤਰੀਕੇ ਦੇ ਨਾਲ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਆਪਣੇ ਕਰਤੱਵ ਵਿਖਾਉਂਦੇ ਨੇ। 7 ਪਠਾਨਨ ਸ਼ਹੀਦੀ ਪਾਈ। 1762 ਸੰਮਤ ਦੇ ਵਿੱਚ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪਾਈ। ਜਦੋਂ ਘੋੜੇ ਤੇ ਸਵਾਰ ਨੇ, ਜਿਹੜਾ ਸਾਹਮਣੇ ਆਉਂਦਾ ਹੈ ਬਾਬਾ ਜੁਝਾਰ ਸਿੰਘ ਜੀ ਵੱਲ ਵੱਧ ਕੇ ਬਾਬਾ ਜੀ ਟਾਕਰਾ ਕਰਦੇ, ਪਰ ਜਦੋਂ ਵੈਰੀਆਂ ਨੇ ਵੇਖਿਆ ਕਿ ਸਾਹਮਣੇ ਤੋਂ ਚੜ ਕੇ ਜਾਂਦੇ ਆ ਤੇ ਮੁਕਾਬਲਾ ਨਹੀਂ ਹੋ ਰਿਹਾ, ਵੈਰੀਆਂ ਨੇ ਛਲ ਕਰਕੇ ਪਿੱਠ ਪਾਸਿਓਂ ਖਾਲਸਾ ਜੀ ਬਾਬਾ ਜੁਝਾਰ ਸਿੰਘ ਜੀ ਦੀ ਪਿੱਠ ਤੇ ਬਰਛਾ ਖਬੋਇਆ। ਧੰਨ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਘੋੜੇ ਤੋਂ ਹੇਠਾਂ ਹੋਇਆ, ਪਰ ਖਾਲਸਾ ਜੀ ਭਾਵੇਂ ਸਰੀਰ ਵਿੱਚ ਬਰਛਾ ਵੱਜਾ ਪਰ ਫਿਰ ਆਪਣੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤਾਪੀ ਮੁਖੜੇ ਨੂੰ ਵੇਖ ਕੇ ਇੱਕ ਵਾਰ ਫਿਰ ਖੜੇ ਹੋਏ, ਸਰੀਰ ਦੇ ਵਿੱਚੋਂ ਬਰਛਾ ਬਾਹਰ ਕੱਢਿਆ। ਉਸੇ ਬਰਛੇ ਦੇ ਨਾਲ ਫਿਰ ਉਹਨਾਂ ਦੇ ਹਜ਼ਾਰਾਂ ਸਿਪਾਹੀਆਂ ਨੂੰ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਗਤਕੇ ਦੇ ਜੋਹਰ ਵਿਖਾਏ, ਪਰ ਗਤਕੇ ਦੇ ਜੋਹਰ ਵਿਖਾਉਂਦੇ ਵਿਖਾਉਂਦੇ ਗੁਰੂ ਕੇ ਲਾਲਾਂ ਨੇ ਆਪਣੇ ਸਰੀਰ ਦਾ ਲਹੂ ਚਮਕੌਰ ਦੀ ਧਰਤੀ ਤੇ ਡੋਲਿਆ। ਧੰਨ ਬਾਬਾ ਅਜੀਤ ਸਿੰਘ ਤੋਂ ਬਾਅਦ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਵੀ ਸ਼ਹਾਦਤ ਹੋ ਗਈ। 1762 ਸਾਲ ਸੰਮਤ 1762 ਬਿਕਰਮੀ ਦੀ ਇਹ ਗੱਲ ਹੈ, ਜਿਸ ਵਕਤ ਚਮਕੌਰ ਦੀ ਧਰਤੀ ਤੇ ਗੁਰੂ ਕੇ ਲਾਲਾਂ ਨੇ ਆਪਣੇ ਤਨ ਦਾ ਲਹੂ ਡੋਲਿਆ। ਐਸ ਭਈ ਪਰ ਗੁਰਦੋਵਾਲ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਲਾਲਾਂ ਦੇ ਉੱਤੇ ਸਮਾਂ ਆਇਆ, ਪਰ ਗੁਰੂ ਕੇ ਲਾਲਾਂ ਦੇ ਹੌਸਲੇ ਨਹੀਂ ਟੁੱਟੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਹੌਸਲੇ ਨਹੀਂ ਟੁੱਟੇ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਮੁਗਲ ਹਕੂਮਤ ਨੇ ਸੋਚਿਆ ਗੁਰੂ ਗੋਬਿੰਦ ਸਿੰਘ ਡੋਲ ਗਏ ਹੋਣਗੇ, ਗੁਰੂ ਗੋਬਿੰਦ ਸਿੰਘ ਡਰ ਗਏ ਹੋਣਗੇ, ਹੁਣ ਆਸਾਨੀ ਦੇ ਨਾਲ ਪਕੜੇ ਜਾਣਗੇ,
ਪਰ ਗੁਰੂ ਗੋਬਿੰਦ ਸਿੰਘ ਉਦੋਂ ਵੀ ਨਹੀਂ ਡੋਲੇ, ਬਲਕਿ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਲਿਖ ਕੇ ਸਪਸ਼ਟ ਕੀਤਾ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ ਕਿ ਆਤਸ਼ ਦਮਾਰਾਂ ਫਰੋਸ਼ਾ ਕੁਨੀ, ਉਹ ਰੰਗਿਆ ਚੇਤੇ ਰੱਖੀ ਕੀ ਹੋਇਆ ਜੇ 2 ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਕਰ ਦਿੱਤੇ, 2 ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਕਰ ਦਿੱਤੇ। ਇਹ ਨਾ ਸਮਝੀ ਕਿ ਤੂੰ ਖਾਲਸਾ ਪੰਥ ਦੀ ਜੋਤ ਬੁਝਾ ਦਿੱਤੀ ਹੈ, ਬਲਕਿ ਤੂੰ ਜੋਤ ਬੁਝਾਈ ਨਹੀਂ, ਤੂੰ ਅੱਗ ਦੇ ਭਾਂਬੜ ਮਚਾ ਲਏ ਨੇ। ਤੇ ਹੁਣ ਐਸੇ ਅੱਗ ਦੇ ਭਾਂਬੜ ਇਹ ਜਵਾਲਾ ਰੂਪ ਹੋ ਕੇ ਪ੍ਰਗਟ ਹੋਣਗੇ ਤੇ ਤੇਰੀ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰਕੇ ਵਿਖਾਉਣਗੇ। ਖਾਲਸਾ ਜੀ, ਜੇ ਅੱਜ ਖਾਲਸਾ ਪੰਥ ਦੇ ਨਿਸ਼ਾਨ ਝੁੱਲ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ, ਤੇ ਮੈਂ ਬੇਨਤੀ ਅਕਸਰ ਕਰਦਾ, ਇਹ ਨਿਸ਼ਾਨ ਇਸ ਕਰਕੇ ਨਹੀਂ ਝੁੱਲਦੇ ਵੀ ਲੋਹਾ ਬੜਾ ਮਜ਼ਬੂਤ ਹੈ, ਥੰਬ ਬੜੇ ਮਜ਼ਬੂਤ ਨੇ। ਇਨ੍ਹਾਂ ਨਿਸ਼ਾਨਾਂ ਦੇ ਝੁੱਲਣ ਦਾ ਕਾਰਨ ਇਹ ਹੈ ਵੀ ਨਿਸ਼ਾਨ ਸਾਹਿਬ ਦੇ ਥੜੇ ਦੇ ਥੱਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਦਾ ਲਹੂ ਡੁੱਲਿਆ ਹੋਇਆ। ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਚੱਲ ਰਹੇ ਨੇ, ਇਹ ਗੁਰੂ ਘਰਾਂ ਦਾ ਪ੍ਰਬੰਧ ਕਿਸੇ ਬੰਦੇ ਦੇ ਸਿਰ ਤੇ ਨਹੀਂ ਚੱਲਦਾ, ਬਲਕਿ ਇਨ੍ਹਾਂ ਗੁਰੂ ਘਰਾਂ ਦੀਆਂ ਨੀਹਾਂ ਨੂੰ ਉਹਨਾਂ ਗੁਰੂ ਕੇ ਲਾਲਾਂ ਨੇ ਪੱਕਾ ਕੀਤਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਖੜ ਕੇ ਖਾਲਸਾ ਪੰਥ ਦੀਆਂ ਨੀਹਾਂ ਪੱਕੀਆਂ ਕਰ ਦਿੱਤੀਆਂ। ਖਾਲਸਾ ਜੀ, ਕੋਈ ਆਪਣਾ ਮਹਿਲ ਘਰ ਤਿਆਰ ਕਰੇ ਤੇ ਉਹ ਘਰ ਦੀਆਂ ਨੀਹਾਂ ਦੇ ਵਿੱਚ ਸੀਮੈਂਟ ਪਾਉਂਦਾ ਹੈ, ਮਸਾਲਾ ਪਾਉਂਦਾ ਹੈ, ਪਰ ਜਿਸ ਵਕਤ ਮੇਰੇ ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦਾ ਮਹਿਲ ਤਿਆਰ ਕੀਤਾ ਤੇ ਖਾਲਸਾ ਪੰਥ ਦੇ ਮਹਿਲ ਦੀਆਂ ਨੀਹਾਂ ਦੇ ਅੰਦਰ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਲਾਂ ਦੇ ਸਰੀਰ ਦਾ ਲਹੂ ਪਾਇਆ। ਇਹ ਤਾਂ ਨੀਹਾਂ ਪੱਕੀਆਂ, ਇਹ ਤਾਂ ਤੋਪਾਂ ਟੈਂਕਾਂ ਨਾਲ ਖਤਮ ਨਹੀਂ ਹੁੰਦੀਆਂ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੋਵੇਂ ਲਾਲ ਰਣ ਤੱਤੇ ਦੇ ਅੰਦਰ ਜੂਝੇ। ਗੁਰੂ ਕੇ ਲਾਲਾਂ ਨੇ ਤੇਗ ਦੇ ਜੋਹਰ ਵਿਖਾਏ। ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸ਼ਹੀਦੀ ਹੋਈ। ਉੱਥੇ ਅੱਜ ਵੀ ਗੁਰੂ ਕੀਆਂ ਲੱਖਾਂ ਸੰਗਤਾਂ ਉਹਨਾਂ ਦਿਨਾਂ ਦੇ ਵਿੱਚ ਜਾ ਕਰਕੇ ਨਮਸਕਾਰਾਂ ਕਰਦੀਆਂ ਤੇ ਸਾਹਿਬਜ਼ਾਦਿਆਂ ਨੂੰ ਨਮਸਕਾਰਾਂ ਕਰਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੀਆਂ। ਦੋਹਰਾ ਕਰਤ ਲੜਾਈ ਇਮਤਹਾਂ ਸਮਾ ਸੰਜ ਭਈ ਆਏ। ਜਿਸ ਵਕਤ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਹੈ, ਕਹਿੰਦੇ ਸੰਧਿਆ ਦਾ ਸਮਾਂ ਸੀ। ਸਾਰਾ ਦਿਨ ਲੜਦੇ ਲੜਦੇ ਗੁਰੂ ਕੇ ਲਾਲਾਂ ਨੇ ਤਨ ਕੁਰਬਾਨ ਕੀਤੇ ਤੇ ਅੰਤ ਸੰਧਿਆ ਸਮੇਂ ਗੁਰੂ ਕੇ ਲਾਲਾਂ ਨੇ ਸ਼ਾਮ ਵੇਲੇ ਸ਼ਹੀਦੀਆਂ ਪਾਈਆਂ। ਡੇਰਨ ਗਏ ਸਰਦਾਰ ਤੁਰ ਚੌਂਕੀ ਚੁਫੇਰ ਕਰਵਾਏ। ਤੇ ਖਾਲਸਾ ਜੀ ਹਨੇਰਾ ਹੋ ਗਿਆ ਤੇ ਚਾਰੋਂ ਤਰਫ ਹਾਹਾਕਾਰ ਮਚ ਗਈ। ਚਮਕੌਰ ਦੀ ਗੜੀ ਤੋਂ ਸਤਿਗੁਰੂ ਆਪਣੇ ਲਾਲਾਂ ਦੇ ਸ਼ਰੀਰਾਂ ਨੂੰ ਵੇਖਦੇ ਆ ਤੇ ਮੁਗਲ ਹਕੂਮਤ ਦੇ ਫੌਜਦਾਰ ਆਪਣੇ ਤੰਬੂਆਂ ਵਿੱਚ ਜਾਂਦੇ ਆ। ਤੇ ਮੈਂ ਅਕਸਰ ਬੇਨਤੀ ਕਰਦਾ ਵੀ ਚਮਕੌਰ ਦੀ ਗੜੀ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਸੱਚਮੁੱਚ ਆਪਣਾ ਆਪ ਗੁਰੂ ਕੇ ਖਾਲਸੇ ਪੰਥ ਨੂੰ ਸਮਰਪਿਤ ਕੀਤਾ। ਕੇਵਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਵਾਸਤੇ ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਤੋਰਿਆ। ਜਿੱਥੇ ਖਾਲਸੇ ਪੰਥ ਵਾਸਤੇ, ਸਿੱਖਾਂ ਵਾਸਤੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨ ਕੀਤਾ, ਆਪਣੇ ਪਿਤਾ ਨੂੰ ਝੋਲੀ ਵਿੱਚ ਪਾਇਆ। ਆਪਣੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਨੂੰ ਖਾਲਸੇ ਪੰਥ ਦੀ ਝੋਲੀ ਪਾ ਦਿੱਤਾ, ਕੁਰਬਾਨ ਹੋ ਗਏ। ਖਾਲਸਾ ਜੀ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਤਨ ਕੁਰਬਾਨ ਹੋਏ। ਸਾਹਿਬਜ਼ਾਦਿਆਂ ਨੂੰ ਵੀ ਖਾਲਸੇ ਦੀ ਝੋਲੀ ਪਾ ਦਿੱਤਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹ ਵੀ ਕੁਰਬਾਨ ਹੋਏ, ਖਾਲਸੇ ਦੀ ਝੋਲੀ ਪਾ ਦਿੱਤਾ। ਉੱਥੇ ਜਦੋਂ ਚਮਕੌਰ ਦੀ ਗੜੀ ਛੱਡਣੀ ਸੀ ਨਾ, ਤੇ ਸੱਚੇ ਪਾਤਸ਼ਾਹ ਜੀ ਕੋਲ ਸ਼ਾਹੀ ਚੋਲਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਤੇ ਦਮਾਲਾ ਸੀ ਤੇ ਦਮਾਲੇ ਤੇ ਕਲਗੀ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜਾਣ ਲੱਗੇ ਤੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਮਹਾਰਾਜ ਨੇ ਆਪਣੇ ਖਾਲਸੇ ਵੱਲ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਐਸੇ ਦਿਆਲੂ ਕਿਰਪਾਲੂ ਨੇ, ਮਹਾਰਾਜ ਨੇ ਆਪਣੇ ਤਨ ਦਾ ਸ਼ਾਹੀ ਚੋਲਾ ਵੀ ਆਪਣੇ ਕੋਲ ਨਹੀਂ ਰੱਖਿਆ, ਬਲਕਿ ਉਹ ਤਨ ਦਾ ਸ਼ਾਹੀ ਚੋਲਾ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ।
ਤੇ ਜਦੋਂ ਸੀਸ ਤੇ ਸਜੇ ਦਮਾਲੇ ਤੇ ਕਲਗੀ ਵੱਲ ਵੇਖਿਆ, ਜਿੱਥੇ ਗੁਰੂ ਨੇ ਆਪਣੇ ਲਖਤੇ ਜਿਗਰ, ਆਪਣੇ ਮਾਤ ਪਿਤਾ, ਆਪਣੇ ਤਨ ਦਾ ਸ਼ਾਹੀ ਚੋਲਾ ਖਾਲਸੇ ਦੀ ਝੋਲੀ ਵਿੱਚ ਪਾਇਆ, ਇਸ ਸਤਿਗੁਰੂ ਨੇ ਚਮਕੌਰ ਦੀ ਗੜੀ ਤੋਂ ਜਾਂਦੇ ਜਾਂਦੇ ਆਪਣੇ ਸੀਸ ਤੇ ਸਜੀ ਹੋਈ ਕਲਗੀ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤੀ ਤੇ ਚਰਨਾਂ ਵਿੱਚ ਪਾਵਨ ਜੋੜਾ ਸੀ। ਮਹਾਰਾਜ ਦੀ ਨਿਗਾਹ ਜੋੜੇ ਵੱਲ ਗਈ ਤੇ ਚਮਕੌਰ ਦੀ ਗੜੀ ਨਿਕਲਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨਾਂ ਦਾ ਪਾਵਨ ਜੋੜਾ ਵੀ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਚਮਕੌਰ ਦੀ ਗੜੀ ਤੋਂ ਇਹ ਕਹਿ ਕੇ ਨਿਕਲੇ ਕਿ ਆਪਨ ਪਉ ਸ੍ਰੀ ਖਾਲਸੇ ਸੌਂਪਾ, ਦੁਇਤੇ ਰੂਪ ਸਤਿਗੁਰੂ ਗ੍ਰੰਥਾ, ਕਿ ਅੱਜ ਮੈਂ ਆਪਣਾ ਆਪ ਖਾਲਸੇ ਨੂੰ ਸਮਰਪਿਤ ਕਰਕੇ, ਖਾਲਸੇ ਤੋਂ ਕੁਰਬਾਨ ਕਰਕੇ ਚਮਕੌਰ ਦੀ ਗੜੀ ਤੋਂ ਬਾਦਸ਼ਾਹ ਦਰਵੇਸ਼ ਦੇ ਰੂਪ ਵਿੱਚ ਨਿਕਲਣ ਲੱਗਾ। ਸੋ ਐਸੀ ਸਤਿਗੁਰੂ ਨੇ ਕਿਰਪਾ ਕੀਤੀ। ਮੈਂ ਇਸੇ ਕਰਕੇ ਬੇਨਤੀ ਕਰਦਾ ਵੀ ਇਹ ਚੋਲਾ, ਇਹ ਸਿਰ ਤੇ ਸਜੀ ਹੋਈ ਦਸਤਾਰ ਜਦੋਂ ਤਨ ਤੇ ਸਜਾਉਂਦੇ ਆ ਤੇ ਇਹ ਭੁਲੇਖਾ ਨਾ ਰੱਖਿਆ ਕਰੀਏ ਵੀ ਇਹ ਚੋਲਾ ਤੇ ਦਮਾਲਾ ਕਿਸੇ ਬੰਦੇ ਦਾ, ਕਿਸੇ ਸੰਸਥਾ ਦਾ ਜਾਂ ਕਿਸੇ ਧੜੇ ਦਾ ਹੈ। ਇਹਦੇ ਤੇ ਕਿਸੇ ਦੀ ਮਲਕੀਅਤ ਨਹੀਂ। ਇਹ ਚੋਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੈ, ਇਹ ਦਮਾਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੈ, ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ। ਤੇ ਸਿਰ ਤੇ ਦਸਤਾਰ ਸਜਾਉਣ ਲੱਗਿਆਂ ਸਦਾ ਚੇਤੇ ਰੱਖਣਾ ਚਾਹੀਦਾ ਹੈ ਵੀ ਜਿੰਨੇ ਲੜ ਵੱਧ ਦਸਤਾਰ ਦੇ ਆਉਂਦੇ ਨੇ, ਜਿੰਨੇ ਵੱਧ ਲੜ ਸੀਸ ਦੇ ਉੱਤੇ ਦਮਾਲੇ ਦੇ ਆਉਂਦੇ ਨੇ, ਉਸ ਤੋਂ ਕਈ ਗੁਣਾ ਵੱਧ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਤਾਂ ਜਾ ਕੇ ਸਿਰਾਂ ਦੇ ਉੱਤੇ ਦਮਾਲਿਆਂ ਦੇ ਵੱਧ ਲੜ ਆਉਂਦੇ ਨੇ, ਦਸਤਾਰਾਂ ਦੇ ਵੱਧ ਲੜ ਆਉਂਦੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਕਿਤੇ ਸਾਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਭਜਨ ਬੰਦਗੀ ਦੀ ਦਾਤ ਦੇਣ ਤੇ ਅਸੀਂ ਧੜਿਆਂ ਤੋਂ ਉੱਤੇ ਉੱਠ ਕਰਕੇ, ਆਪੋ ਆਪਣੀ ਈਰਖਾ ਤੋਂ ਉੱਤੇ ਉੱਠ ਕਰਕੇ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਗੁਰੂ ਕੇ ਪੰਥ ਦਾ ਪ੍ਰਚਾਰ ਕਰ ਸਕੀਏ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਹਿਤ ਉਚਾਰਨ ਕਰਨਾ, ਬੋਲਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਸਾਰੇ ਪਿਆਰ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुण तास, हे संगी हे निरंकार, हे निर्गुण सब टेक, हे गोविंद हे गुण निधान, जाकै सदा बबेक, हे अपरंपार हर हरे है पी होवन हार, हे संत के सदा संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो हिय परोए, आए प्रभ शरणागति किरपा निध दयाल, एक अखर हर मन बसत नानक होत निहाल, कथा निता प्रत होत है सुनो सुसिंग सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा, वाहिगुरु जी की फतेह। ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਓ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਪ੍ਰਕਾਸ਼ ਦੀ ਚੱਲਦੀ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨਈਆ, 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਭਾਈ ਸਰਨ ਦਾ